C9 डिजिटल टीवी ਟੋਰਾਂਟੋ ਤੋਂ ਵੇਲੇ ਦੀ ਗੱਲ ਪ੍ਰੋਗਰਾਮ ਲੈ ਕੇ ਮੁਹੰਮਦ ਨਬੀ ਚੌਧਰੀ ਹਾਜ਼ਰ ਖਿਦਮਤ ਹੈ। ਵੇਲੇ ਦੀ ਗੱਲ ਪੰਜਾਬੀ ਦੇ ਹਾਲਾਤ ਹਜ਼ਰਾ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਮੁਲਕੀ ਗੈਰ ਮੁਲਕੀ ਔਰ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਨੇ ਉਹ ਵਿਚਾਰ ਸਾਂਝੇ ਕੀਤੇ ਜਾਂਦੇ ਨੇ। ਅਗਰ ਤੁਸੀਂ ਵੀ ਸਮਝਦੇ ਹੈਗੇ ਹੋ ਕਿ ਕਮਿਊਨਿਟੀ ਦੇ ਵਿੱਚ ਕੋਈ ਐਸੇ ਮਸਾਇਲ ਨੇ, ਕੋਈ ਇਸ਼ੂਜ਼ ਹੈਗੇ ਨੇ ਜਿਹਦੇ ਤੇ ਗੱਲਬਾਤ ਕੀਤੀ ਜਾਏ, ਤੁਸੀਂ ਸਕਰੀਨ ਤੇ ਨੰਬਰ ਆ ਰਹੇ ਨੇ, ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੈਗੇ ਹੋ। ਅਸੀਂ ਤੁਹਾਨੂੰ ਬੁਲਾਵਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਗੱਲਬਾਤ ਕਰਾਂਗੇ ਬਜ਼ੁਰਗਾਂ ਤੇ। ਸੀਨੀਅਰ ਇੱਕ ਬਹੁਤ ਵੱਡਾ ਇੱਕ ਅਹਿਸਾਸਾ ਹੈਗੇ ਨੇ। ਇਹ ਸਾਡੀ ਖੁਸ਼ਨਸੀਬੀ ਹੈਗੀ ਹੈ ਕਿ ਜਿਹੜੇ ਸੀਨੀਅਰ ਮੌਜੂਦ ਹੈਗੇ ਨੇ ਉਹਨਾਂ ਨੂੰ 올ਡ ਇਜ਼ ਗੋਲਡ ਕਿਹਾ ਜਾਂਦਾ ਹੈਗਾ ਹੈ। ਉਹਨਾਂ ਕੋਲੋਂ ਸਾਨੂੰ ਮਸ਼ਵਰੇ ਲੈਣੇ ਚਾਹੀਦੇ ਹੈਗੇ ਨੇ। ਸਾਡੇ ਕੋਲ ਉਹਨਾਂ ਨਾਲ ਬਹਿ ਕੇ ਗੱਲਬਾਤ ਸੁਣਨੀ ਚਾਹੀਦੀ ਹੈਗੀ ਕਿ ਉਹਨਾਂ ਨੇ ਆਪਣਾ ਵਕਤ ਕਿਵੇਂ ਗੁਜ਼ਾਰਿਆ, ਤਾਂ ਕਿ ਉਹਨਾਂ ਦੇ ਹੀ ਮੁਸ਼ਾਹਦੇ ਦੇ ਨਾਲ ਬੰਦਾ ਆਪਣੀ ਅਗਲੀ ਜ਼ਿੰਦਗੀ ਸਾਡੇ ਨੌਜਵਾਨ ਗੁਜ਼ਾਰਨ। ਇੱਕ ਸਰਵੇ ਦੇ ਮੁਤਾਬਕ ਇੰਟੈਰੀਓ ਦੇ ਵਿੱਚ ਹਰ ਰੋਜ਼ 665 ਸਾਲ ਦੀ ਉਮਰ ਦੇ ਵਿੱਚ ਬੰਦੇ ਹੋ ਰਹੇ ਨੇ, ਯਾਨੀ ਕਿ ਸੀਨੀਅਰ ਦੀ ਤਾਦਾਦ 65 ਦੇ ਵਿੱਚ ਪਹੁੰਚ ਕੇ ਹਰ ਰੋਜ਼ 400 ਹੋ ਰਹੀ ਹੈ। ਔਰ ਆਉਣ ਵਾਲੇ ਵਕਤ ਵਿੱਚ 2023 ਦੇ ਵਿੱਚ ਇਹ 3 ਮਿਲੀਅਨ ਹੋ ਜਾਏਗੀ। ਹਰ ਰੋਜ਼ 400 ਸੀਨੀਅਰ 65 ਦੀ ਉਮਰ 'ਚ ਪਹੁੰਚ ਰਹੇ ਨੇ ਔਰ 2023 ਦੇ ਵਿੱਚ ਇਹ ਤਾਦਾਦ 3 ਮਿਲੀਅਨ ਹੋ ਜਾਏਗੀ। ਦੇਖਣਾ ਇਹ ਹੈਗਾ ਕਿ ਸਾਡਾ ਸੂਬਾ ਇੰਟੈਰੀਓ ਕਿਆ ਇਹ ਜਿਹੜੇ ਸੀਨੀਅਰ ਦੀ ਤਾਦਾਦ ਵੱਧਦੀ ਪਈ ਹੈਗੀ ਹੈ ਇਹਨਾਂ ਦੇ ਮਸਾਇਲ ਦੇ ਵਿੱਚ ਰੋਕਥਾਮ ਕਰ ਸਕੇਗਾ। ਉਹਨਾਂ ਦੇ ਵਸਾਇਲ ਔਰ ਜ਼ਰਾਏ ਇੰਨੇ ਹੈਗੇ ਨੇ ਜਿਹਦੇ 'ਤੇ ਉਹਨਾਂ 'ਤੇ ਕੰਮ ਕੀਤਾ ਜਾਏਗਾ। ਔਰ ਇਹ ਬੜੇ ਹੋਰ ਵੀ ਸੀਨੀਅਰ ਦੇ ਬੜੇ ਮਸਾਇਲ ਔਰ ਇਸ਼ੂਜ਼ ਹੈਗੇ ਨੇ। ਐਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਜਿਹੜੇ ਪ੍ਰਾਹੁਣੇ ਸਾਡੇ ਸਟੂਡੀਓ 'ਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਜਗੀਰ ਸਿੰਘ ਸੈਬੀ ਸਾਹਿਬ, ਜੀ ਆਇਆਂ ਨੂੰ। ਸੈਬੀ ਸਾਹਿਬ, ਤੁਸੀਂ ਅੱਜ ਵਕਤ ਕੱਢ ਕੇ ਸਾਡੇ ਸਟੂਡੀਓ 'ਚ ਆਇਓ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਮੌਕਾ ਦਿੱਤਾ Z9 ਮੀਡੀਆ ਨੇ। ਨਵੀਦ ਚੌਧਰੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਜਗੀਰ ਸਿੰਘ ਸੈਬੀ ਸਾਹਿਬ ਦਾ ਤਾਰਫ ਕਰਾਉਂਦਾ ਚੱਲਾਂ। ਆਪ ਪ੍ਰੈਜ਼ੀਡੈਂਟ ਹੈਗੇ ਨੇ ਐਸੋਸੀਏਸ਼ਨ ਸੀਨੀਅਰ ਕਲੱਬ ਬਰੈਂਪਟਨ ਦੇ ਔਰ ਇਲੈਕਟ੍ਰਿਕ ਇੰਜੀਨੀਅਰ ਹੈਗੇ ਨੇ। ਔਰ ਹਕੂਮਤੀ ਸਤ੍ਹਾ ਦੇ ਉੱਤੇ ਜਿਹੜੀ ਵੀ ਮੀਟਿੰਗ ਹੁੰਦੀਆਂ ਨੇ ਉੱਥੇ ਇਹ ਆਪਣੀ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦੇ ਹੈਗੇ ਨੇ। ਸਮਾਜੀ ਵਰਕਰ ਨੇ, ਬੜੇ ਐਕਟਿਵ ਨੇ ਔਰ ਇਹਨਾਂ ਨੂੰ ਸੀਨੀਅਰ ਦੇ ਜਿਹੜੇ ਪ੍ਰੋਬਲਮਸ ਹੈਗੇ ਨੇ ਉਹਨਾਂ ਦੀ ਖਾਸੀ ਇਹਨਾਂ ਨੂੰ ਪਹਿਚਾਣ ਹੈਗੀ ਹੈ ਔਰ ਉਹਦੇ ਉੱਤੇ ਗੱਲਬਾਤ ਜਾ ਕੇ ਕਰਦੇ ਹੈਗੇ ਨੇ। ਅੱਜ ਅਸੀਂ ਇਹਨਾਂ ਨਾਲ ਇਹੀ ਪੁੱਛਾਂਗੇ ਕਿ ਹਕੂਮਤੀ ਸਤ੍ਹਾ ਦੇ ਉੱਤੇ ਕਿ ਸਰਕਾਰ ਕੀ ਕੰਮ ਕਰਦੀ ਪਈ ਹੈਗੀ ਹੈ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਦੀ ਅੱਛੀ ਜ਼ਿੰਦਗੀ ਬਸਰ ਹੋ ਸਕੇ। ਤੇ ਤੁਸੀਂ ਪਹਿਲੇ ਤੇ ਆਪਣਾ ਤਾਰਫ ਕਰਵਾਓ, ਜਿਹੜੀ ਤੁਸੀਂ ਐਸੋਸੀਏਸ਼ਨ ਸੀਨੀਅਰ ਕਲੱਬ ਬਰੈਂਪਟਨ ਦੇ ਪ੍ਰਧਾਨ ਹੈਗੇ ਹੋ, ਕਿ ਉਹ ਕੀ ਕਰ ਰਹੇ, ਕੀ ਹੈਗਾ ਇਹਦੇ 'ਚ? ਹਾਂਜੀ, ਇਹ ਐਸੋਸੀਏਸ਼ਨ ਐਕਚੁਅਲੀ ਐਸੋਸੀਏਸ਼ਨ ਆਫ ਸੀਨੀਅਰਸ ਕਲੱਬਸ ਬਰੈਂਪਟਨ ਦਾ ਨਾਂ 'ਤੇ ਹੈ। ਔਰ ਅਸੀਂ ਬਰੈਂਪਟਨ ਦੇ ਵਿੱਚ ਬਹੁਤ ਸਾਰੇ ਕਲੱਬਸ ਨੇ, ਤਕਰੀਬਨ 50-60 ਕਲੱਬ ਦੇ ਕਰੀਬ ਨੇ ਜਿਹੜੇ ਕਿ ਆਪਣੇ ਏਸ਼ੀਅਨਸ ਸਾਊਥ ਏਸ਼ੀਅਨਸ ਦੇ ਨਾਲ ਕੰਸਰਨ ਨੇ। ਔਰ ਉਹਨਾਂ ਦੇ ਵਿੱਚੋਂ ਤਕਰੀਬਨ 33 ਕਲੱਬ ਸਾਡੇ ਨਾਲ ਹੀ ਮਿਲ ਚੁੱਕੇ ਨੇ ਜੀ। ਔਰ 33 ਕਲੱਬਾਂ ਦਾ ਸਾਰਾ ਅਸੀਂ ਇਕੱਠੀ ਸੰਸਥਾ ਬਣਾਈ ਹੈ, ਐਸੋਸੀਏਸ਼ਨ ਆਫ ਸੀਨੀਅਰਸ ਕਲੱਬਸ ਬਰੈਂਪਟਨ। ਕਿਉਂ ਬਣਾਈ, ਉਹਦਾ ਕਾਰਨ ਸੀ ਅਸੀਂ ਇਹ 2014 ਦੇ ਵਿੱਚ ਸੋਚਿਆ ਕਿ ਇਕੱਲੇ ਕਲੱਬ ਜਿਹੜੇ ਨੇ ਉਹਨਾਂ ਦੀ ਆਵਾਜ਼ ਇੰਨੀ ਜ਼ਿਆਦਾ ਗੌਰਮੈਂਟ ਤੱਕ ਨਹੀਂ ਪਹੁੰਚ ਪਾਉਂਦੀ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਵੀ ਅਸੀਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਉਹ ਆਵਾਜ਼ ਗੌਰਮੈਂਟ ਜ਼ਰੂਰ ਸੁਣਾਈ ਕਰੇਗੀ। ਉਹ ਫਿਰ ਅਸੀਂ 2014 ਦੇ ਵਿੱਚ ਇਸ ਦਾ ਫਾਊਂਡੇਸ਼ਨ ਰੱਖਿਆ ਔਰ ਅਸੀਂ ਸਾਰੇ ਕਲੱਬ ਇਕੱਠੇ ਹੋਏ। ਉਸ ਟਾਈਮ ਬੇਸ਼ੱਕ ਅਸੀਂ ਤਕਰੀਬਨ 20-22 ਕਲੱਬ ਇਕੱਠੇ ਹੋਏ ਸੀ, ਹੁਣ ਚੱਲਦੇ ਇਹ ਵੱਧ ਕੇ 33 ਕਲੱਬ ਹੋ ਚੁੱਕੇ ਨੇ। ਬਹੁਤ ਅੱਛਾ। ਤੇ ਇਹਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਹੈਗੀਆਂ, ਜਿਹੜੀ ਕਲੱਬਸ ਹੈਗੇ ਨੇ, ਜਿਹੜੇ ਸੀਨੀਅਰ ਤੇ ਕੰਮ ਕਰਦੇ ਨੇ, ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਐਸੋਸੀਏਸ਼ਨ ਬਣਾਈ ਔਰ ਉਹਦੇ ਜਿਹੜੇ ਹੈਗੇ ਨੇ ਇਲੈਕਸ਼ਨ ਚੁਣਾਵ ਹੁੰਦਾ ਹੈਗਾ ਜਿਹਦੇ ਤੁਸੀਂ ਪ੍ਰਧਾਨ ਹੋਏ ਹੋ। ਤੇ ਇਹਦੇ ਵਿੱਚ ਸਰਕਾਰ ਇਹ ਕਹਿੰਦੀ ਹੈਗੀ ਹੈ ਕਿ ਹੈਲਦੀ, ਸੇਫ, ਐਕਟਿਵ ਸੋਸ਼ਲੀ ਕਨੈਕਸ਼ਨ ਵਿਦ ਏਜ ਫਰੈਂਡਲੀ ਕਮਿਊਨਿਟੀਜ਼। ਇਹ ਸਰਕਾਰ ਦਾ ਪੈਗਾਮ ਹੈਗਾ ਹੈ ਕਿ ਆਪਣਾ ਜਿਹੜਾ ਕਿ ਹਕੂਮਤੀ ਸਤ੍ਹਾ ਉੱਤੇ ਅਸੀਂ ਹਰ ਸੀਨੀਅਰ ਨੂੰ ਜਿਹੜਾ ਐਕਟਿਵ ਰੱਖਣਾ, ਸੇਫ ਰੱਖਣਾ ਹੈਗਾ ਔਰ ਉਹਦੇ ਨੂੰ ਹੈਲਦੀ ਲਾਈਫ ਆਪਣੀ ਗੁਜ਼ਾਰੇ। ਤੇ ਤੁਹਾਡੇ ਵਿੱਚ ਇਹ ਜਿਹੜੀ ਤੁਸੀਂ ਐਸੋਸੀਏਸ਼ਨ ਬਣਾਈ ਹੈਗੀ ਹੈ, ਕਿ ਇਹ ਪ੍ਰੋਗਰਾਮ ਇਹਦੇ ਮੁਤਾਬਕ ਚਲਾਉਂਦੇ ਹੈਗੇ ਹੋ? ਬਿਲਕੁਲ, ਅਸੀਂ ਇਹਨਾਂ ਹੀ ਪ੍ਰਿੰਸੀਪਲ ਦੇ ਉੱਤੇ ਇਹ ਕੰਮ ਕਰ ਰਹੇ ਹਾਂ ਕਿਉਂਕਿ ਸੀਨੀਅਰ ਜਿਹੜੇ ਇਕੱਲੇ ਨੇ, ਇਕੱਲੇ ਘਰਾਂ ਦੇ ਵਿੱਚ ਬੈਠੇ, ਉਹ ਮੈਂਟਲੀ ਅਪਸੈਟ ਰਹਿੰਦੇ ਨੇ, ਹੈਲਦੀ ਵੀ ਨਹੀਂ ਰਹਿੰਦੇ ਹੈਗੇ, ਸਟ੍ਰੈਸ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਲੇਕਿਨ ਇਹ ਕਲੱਬਾਂ ਦਾ ਮੇਨ ਮਕਸਦ ਐਕਚੁਅਲੀ ਜਿਹੜੇ ਪਹਿਲਾ ਕਲੱਬ ਆਪਾਂ ਬਣਾਏ ਸੀ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਤਾਂ ਜੋ ਕਿ ਸਾਰੇ ਇਕੱਠੇ ਮਿਲ ਬੈਠੀਏ
ਔਰ ਮਿਲ ਬੈਠ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕੀਏ। ਉਹਨਾਂ ਦਾ ਸਟ੍ਰੈਸ ਲੈਵਲ ਘੱਟ ਆਟੋਮੈਟਿਕ ਹੀ ਹੋਏਗਾ ਜਦੋਂ ਬੈਠ ਕੇ ਗੱਲਬਾਤ ਕਰਨੀ। ਬੈਕ ਹੋਮ ਜਦੋਂ ਸਾਡੇ ਹੁੰਦਾ ਸੀਗਾ ਤਾਂ ਬਹੁਤ ਆਪਣਤ ਹੁੰਦਾ ਸੀਗਾ, ਇੱਕ ਦੂਜੇ ਦੇ ਘਰੇ ਮਿਲਦੇ, ਸਭ ਜਾਂਦੇ ਆਉਂਦੇ ਸੀ, ਪਰ ਇੱਥੇ ਉਹੋ ਜਿਹਾ ਮਾਹੌਲ ਨਹੀਂ ਹੈ। ਉਹ ਇਸ ਕਰਕੇ ਸਾਨੂੰ ਚਾਹੀਦਾ ਹੈਗਾ ਵੀ ਸਾਰੇ ਇਕੱਠੇ ਮਿਲ ਕੇ ਬੈਠੀਏ। ਉਹਨਾਂ ਵਾਸਤੇ ਕਲੱਬ ਕ੍ਰੀਏਟ ਕੀਤੇ ਗਏ, ਲੇਕਿਨ ਉਹ ਇਕੱਲੇ ਕਲੱਬ ਫਿਰ ਵੀ ਇੰਨੇ ਸੀਨੀਅਰਸ ਨੂੰ ਦਾ ਫਾਇਦਾ ਨਹੀਂ ਕਰ ਸਕਦੇ, ਕਿਉਂਕਿ ਗੌਰਮੈਂਟ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਨਹੀਂ ਹੈ। ਕਿਉਂਕਿ ਉਹਨਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ, ਕਿਸ ਤਰ੍ਹਾਂ ਚਾਹੀਦਾ ਹੈਗਾ, ਉਹ ਚੀਜ਼ਾਂ ਵਾਸਤੇ ਅਸੀਂ ਐਸੋਸੀਏਸ਼ਨ ਬਣਾਈ ਸੀਗੀ। ਉਹਦੇ ਵਾਸਤੇ ਅਸੀਂ ਬਹੁਤ ਸਾਰੇ ਕੰਮ ਕੀਤੇ ਨੇ ਜਿਹੜੇ ਕਿ ਸੀਨੀਅਰਸ ਦੇ ਫਾਇਦੇ ਵਾਸਤੇ ਹੈ। ਹੁਣ ਪਹਿਲਾਂ ਸੀਨੀਅਰਸ ਦੇ ਨੂੰ ਆਉਣਾ ਜਾਣਾ ਔਖਾ ਹੁੰਦਾ ਸੀਗਾ, ਤਾਂ ਉਹਨਾਂ ਦੇ ਵਿੱਚ ਬਰੈਂਪਟਨ ਦੇ ਵਿੱਚ ਅਸੀਂ ਲੜ ਕੇ ਅਸੀਂ ਉੱਥੇ ਟ੍ਰਾਂਜ਼ਿਟ ਬੱਸ ਫ੍ਰੀ ਕਰਾਈ ਹੈ। ਔਰ ਟ੍ਰਾਂਜ਼ਿਟ ਬੱਸ ਫ੍ਰੀ ਹੋਣ ਦੇ ਨਾਲ ਉਹ ਕਮ ਸੇ ਕਮ ਹੁਣ ਕਮਿਊਨਿਟੀ ਸੈਂਟਰਸ ਜਾਂਦੇ ਨੇ, ਕਮਿਊਨਿਟੀ ਸੈਂਟਰ ਜਾ ਕੇ ਉੱਥੇ ਲੋਕਾਂ ਨੂੰ ਮਿਲਦੇ ਨੇ ਔਰ ਉੱਥੋਂ ਦੀ ਫੈਸਿਲਿਟੀਆਂ ਅਵੇਲ ਕਰਦੇ ਨੇ। ਨਾਟ ਓਨਲੀ ਕਮਿਊਨਿਟੀ ਸੈਂਟਰ ਜਾਂਦੇ ਨੇ, ਉਹ ਆਪਣੇ ਡਾਕਟਰ ਕੋਲ ਜਾਣਾ ਹੈ ਤਾਂ ਵੀ ਉਹਨਾਂ ਨੂੰ ਆਸਾਨੀ ਹੈ। ਇਹ ਨਹੀਂ ਹੈ ਕਿਸੇ ਬੱਚੇ ਨੂੰ ਉਡੀਕ ਕਰਨਾ ਪੈਣਾ ਕਿ ਉਹ ਬੱਸ ਲੈ ਕੇ ਜਾਣਗੇ ਤਾਂ ਜਵਾਵਾਂਗੇ, ਉਹ ਆਪਣੇ ਆਪ ਵੀ ਆਪਣੀ ਟ੍ਰਾਂਜ਼ਿਟ ਬੱਸ ਲੈ ਕੇ ਜਾ ਸਕਦੇ ਨੇ। ਈਵਨ ਗਰੋਸਰੀ ਲੈਣ ਜਾਣਾ, ਕੋਈ ਚੀਜ਼ ਮਨ ਕੀਤਾ, ਕਿਸੇ ਪਲਾਜ਼ੇ ਜਾਣਾ, ਕਿਤੇ ਵੀ ਜਾਣਾ ਤੇ ਉਹ ਜਾ ਸਕਦੇ ਨੇ। ਜੰਗੀਰ ਸਿੰਘ ਸੈਬੀ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਬੜੀ ਅੱਛੀ ਹੈਗੀ ਹੈ ਕਿ ਉਹਨਾਂ ਨੂੰ ਐਕਟਿਵ ਰੱਖਣ ਵਾਸਤੇ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ। ਹੁਣ ਉੱਥੇ ਜਦੋਂ ਇਕੱਠੇ ਹੁੰਦੇ ਨੇ, ਦੋਸਤੀ ਜਾਰੀਆਂ ਬਣ ਗਈਆਂ ਨੇ ਔਰ ਮੋਬਿਲਾਈਜੇਸ਼ਨ ਹੋ ਗਈ ਹੈ, ਕਿਸੇ ਕੋਲ ਗੱਡੀ ਹੈਗੀ ਹੈ, ਨਹੀਂ ਹੈਗੀ, ਰਾਈਡ ਦੇ ਦਿੰਦਾ ਆ ਜਾਂਦਾ ਹੈ। ਦੇਖਣਾ ਇਹ ਹੈਗਾ ਕਿ ਉੱਥੇ ਪਹੁੰਚ ਕੇ ਉਹਨਾਂ ਨੂੰ ਮਿਲਦਾ ਕੀ ਹੈ। ਖਾਲੀ ਦੋਸਤੀ ਜਾਣੇ ਟਾਈਮ ਤਾਂ ਅੱਛਾ ਪਾਸ ਹੋ ਰਿਹਾ ਹੈ, ਲੇਕਿਨ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਗੱਲ ਕੀਤੀ ਹੈਗੀ ਹੈ ਕਿ ਹਰ ਰੋਜ਼ ਇੰਟੈਰੀਓ ਦੇ ਵਿੱਚ 400 ਬੰਦਾ ਜਿਹੜਾ ਹੈਗਾ ਉਹ 65 ਦੀ ਉਮਰ 'ਚ ਪਹੁੰਚ ਰਿਹਾ ਹੈ। ਠੀਕ ਹੈ। ਔਰ ਆਉਣ ਵਾਲੇ ਅਗਲੇ ਸਾਲ 2023 ਦੇ ਵਿੱਚ 3 ਮਿਲੀਅਨ ਹੋ ਜਾਣਗੇ। ਠੀਕ ਹੈ। ਲੇਕਿਨ ਦੇਖਣਾ ਇਹ ਹੈਗਾ ਕਿ ਹਕੂਮਤ ਦੇ ਕੋਲ ਕਿਹੜੇ ਐਸੇ ਜ਼ਰਾਏ ਹੈਗੇ ਨੇ ਜਾਂ ਵਸਾਇਲ ਹੈਗੇ ਨੇ ਕਿ ਇੰਨੀ ਤਾਦਾਦ ਜਿਹੜੀ ਹੈਗੀ ਹੈ ਕਿ ਉਹ ਪਹੁੰਚ ਰਹੀ ਹੈ ਆਪਣਾ ਸੀਨੀਅਰ ਏਜ ਵਿੱਚ, ਤੇ ਉਹ ਕਿਸ ਤਰ੍ਹਾਂ ਕੰਟਰੋਲ ਕਰ ਸਕੇਗੀ। ਤੁਸੀਂ ਜਿਹੜੀਆਂ ਇਹ ਪਹਿਲੀ ਗੱਲ ਤੇ ਬੜੀ ਅੱਛੀ ਹੈ ਕਿ ਘਰੋਂ ਨਿਕਲ ਕੇ ਉਹ ਆਪਣੇ ਕਲੱਬ ਆ ਗਏ ਨੇ, ਕਮਿਊਨਿਟੀ ਸੈਂਟਰ 'ਚ ਪਹੁੰਚ ਗਏ ਨੇ, ਉੱਥੇ ਤੁਸੀਂ ਉਹਨਾਂ ਸਾਰੇ ਮਿਲਦੇ ਹੋ। ਕਿਆ ਆਇਆ ਉੱਥੇ ਕੋਈ ਹੈਲਥੀ ਐਕਟੀਵਿਟੀਜ਼ ਦੇ ਮੁਰਾਦ ਕੋਈ ਲੈਕਚਰ ਵਗੈਰਾ ਦਿੱਤਾ ਜਾਂਦਾ ਹੈ, ਕੋਈ ਯੋਗਾ ਕਰਾਇਆ ਜਾਂਦਾ ਹੈ, ਕੀ ਉਹਨਾਂ ਨੂੰ ਉੱਥੇ ਮੈਸੇਜ ਦਿੱਤਾ ਜਾਂਦਾ ਹੈ, ਜਾਂ ਕਿਹੜੀ ਵਰਕਸ਼ਾਪ ਜਾਂ ਕਿਹੜੀ ਟ੍ਰੇਨਿੰਗ ਕਰਾਈ ਜਾਂਦੀ ਹੈਗੀ ਹੈ ਕਿ ਅੱਛੀ ਸਿਹਤਮੰਦ ਹੈਲਥੀ ਲਾਈਫ ਗੁਜ਼ਾਰਨ? ਅਸੀਂ ਉੱਥੇ ਇਕੱਲਾ ਇਹੀ ਨਹੀਂ, ਅਸੀਂ ਸਾਰੀਆਂ ਵਰਕਸ਼ਾਪਸ ਵੀ ਅਰੇਂਜ ਕਰਦੇ ਹਾਂ। ਅਸੀਂ ਉੱਥੇ ਉਹਨਾਂ ਵਾਸਤੇ ਯੋਗਾ ਕਲਾਸ ਵਾਸਤੇ ਯੋਗਾ ਇੰਸਟਰਕਟਰ ਨੇ, ਉਹ ਟਾਈਮ ਟੂ ਟਾਈਮ ਹਫਤੇ 'ਚ 2 ਹਫ਼ਤਿਆਂ ਬਾਅਦ ਉਹਨਾਂ ਦੇ ਜਾ ਕੇ ਉਹਨਾਂ ਨੂੰ ਇੰਸਟਰਕਸ਼ਨ ਦਿੰਦੇ ਨੇ ਤਾਂ ਜੋ ਕੋਈ ਯੋਗਾ ਅਟੈਂਡ ਕਰਦੇ ਨੇ। ਉਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਤਰੁੱਟੀਆਂ ਨੇ, ਦਿੱਕਤਾਂ ਨੇ, ਜਿਵੇਂ ਹੈਲਥ ਦੇ ਬਾਰੇ, ਆਪਣੀ ਖਾਦ ਖੁਰਾਕ ਬਾਰੇ, ਜਿਹੜਾ ਕਿ ਅਸੀਂ ਡਾਇਬਟੀਜ਼ ਦੇ ਨਾਲ ਬਹੁਤ ਜ਼ਿਆਦਾ ਸੀਨੀਅਰਸ ਪਰੇਸ਼ਾਨ ਹੋ ਰਹੇ ਨੇ, ਉਹਨਾਂ ਬਾਰੇ ਡਾਕਟਰ ਹਰਪ੍ਰੀਤ ਬਜਾਜ ਨੇ, ਉਹਨਾਂ ਦੇ ਅਸੀਂ ਆ ਕੇ ਲੈਕਚਰਸ ਕਰਵਾਉਣੇ ਤਾਂ ਜੋ ਕਿ ਉਹਨਾਂ ਨੂੰ ਅਵੇਅਰਨੈਸ ਹੁੰਦੀ ਹੈ ਕਿ ਕੀ ਸਾਨੂੰ ਖਾਣਾ ਚਾਹੀਦਾ, ਇਸ ਉਮਰ ਦੇ ਵਿੱਚ ਕੀ ਨਹੀਂ ਖਾਣਾ ਚਾਹੀਦਾ ਹੈਗਾ। ਜਿਵੇਂ ਸ਼ੂਗਰ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ, ਉਸ ਨੂੰ ਅਵੋਇਡ ਕਰਕੇ ਤੇ ਉਹਦੀ ਵਜ੍ਹਾ ਆਪਣੇ ਬ੍ਰੇਕਫਾਸਟ ਵਾਸਤੇ ਜਾਂ ਹੋਰ ਖਾਣੇ ਵਾਸਤੇ ਵੀ ਆਪਾਂ ਕੀ ਚੀਜ਼ਾਂ ਉਹਨਾਂ ਲੈ ਸਕਦੇ ਹਾਂ, ਉਹਨਾਂ ਵਾਸਤੇ ਅਸੀਂ ਲੈਕਚਰਸ ਕਰਵਾਉਣੇ ਆ। ਇਕੱਲਾ ਇਹੀ ਨਹੀਂ, ਉਸ ਤੋਂ ਇਲਾਵਾ ਐਲਡਰ ਅਬਿਊਜ਼ ਦੇ ਬਹੁਤ ਸਾਰੇ ਕੇਸਿਸ ਆਏ ਨੇ ਔਰ ਬਹੁਤ ਆਉਂਦੇ ਨੇ, ਸਪੈਸ਼ਲੀ ਸੀਨੀਅਰਸ ਇਹਨਾਂ ਦੇ ਹੱਥ ਆ ਜਾਂਦੇ ਹਨ, ਕਿਉਂਕਿ ਉਹ ਤਾਂ ਫੋਨ ਦੇ ਉੱਤੇ ਉਹਨਾਂ ਨੇ ਗੱਲ ਕਰਨੀ ਹੈ ਔਰ ਉਹ ਤੁਹਾਡੇ ਨਾਲ ਇੰਨਾ ਇਮੋਸ਼ਨਲ ਹੋ ਜਾਂਦੇ ਨੇ ਕਿ ਤੁਸੀਂ ਇਹ ਸੋਚਦੇ ਹੋ ਵੀ ਮੇਰਾ ਤਾਂ ਆਪਣਾ ਹੀ ਹੈਗਾ ਅਤੇ ਇਸ ਕਰਕੇ ਮੈਂ ਇਹਦੀ ਹੈਲਪ ਕਰਾਂ, ਪਰ ਉਹ ਹੈਲਪ ਕਰਦੇ ਹੀ ਉਹ ਤੁਸੀਂ ਆਪਣਾ ਸਾਰਾ ਕੁਝ ਲੁਟਾ ਬੈਠਦੇ ਹੋਗੇ। ਇਸ ਕਰਕੇ ਉਹਨਾਂ ਦੀ ਅਵੇਅਰਨੈਸ ਉਹਨਾਂ ਨੂੰ ਦਿੰਦੇ ਹੈਗੇ। ਇਕੱਲਾ ਬਲਕਿ ਸਾਰੇ ਅਸੀਂ ਹਰ ਮਹੀਨੇ ਦੇ ਮਹੀਨੇ ਈਵਨ ਵੱਡੇ ਇਜਲਾਸ ਵੀ ਕਰਦੇ ਹਾਂ, ਫੰਕਸ਼ਨਸ ਵੀ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਮਤਲਬ ਕਿ ਵੱਡੇ ਲੈਕਚਰਰ ਵੀ ਆਉਂਦੇ ਨੇ, ਉਹ ਸਾਰੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਨੇ। ਨਹੀਂ, ਹਕੂਮਤੀ ਸਤਹ ਤੇ ਫੈਡਰਲ ਸੀਨੀਅਰ ਮਿਨਿਸਟਰੀ ਹੈਗੀ ਹੈ, ਬਲਕਿ ਹੁਣ ਤੇ ਆਪਣੇ ਭਾਈਚਾਰੇ ਦੀ ਹੀ ਕਮਲ ਖੇਰਾ ਫੈਡਰਲ ਮਿਨਿਸਟਰ ਆਈ। ਬਿਲਕੁਲ ਅੱਛੀ ਗੱਲ ਹੈ, ਉਹ ਪ੍ਰੋਬਲਮ ਨੂੰ ਸਮਝਦੀ ਹੈ ਕਿ ਸਾਡੇ ਮਤਲਬ ਕਿ ਕਲਚਰ ਵਿੱਚ ਸਾਡੇ ਸੀਨੀਅਰ ਦੇ ਕਿਹੜੇ ਇਸ਼ੂਜ਼ ਨੇ। ਇਹਦੇ ਇਲਾਵਾ ਪ੍ਰੋਵਿੰਸ਼ਲ ਇੰਟੈਰੀਅਰ ਦੀ ਗੌਰਮੈਂਟ ਵੀ, ਫਿਰ ਸਿਟੀ ਲੈਵਲ ਤੇ ਵੀ ਸੀਨੀਅਰ ਉਸਤੇ ਦੇਖਿਆ ਜਾਂਦਾ ਹੈ। ਤੇ ਕਿਆ ਇਹ ਕੋਈ ਸਪੋਰਟ ਹੈਗੀ ਹੈ, ਇਹ ਕੋਈ ਜ਼ਰਾਏ ਤੁਹਾਨੂੰ ਮਿਲਦੇ ਨੇ, ਇਸਤੇਮਾਲ ਕੀਤੇ ਜਾਂਦੇ ਨੇ ਤਾਂ ਕਿ ਇਹਨਾਂ ਦੇ ਵਾਸਤੇ ਬਿਹਤਰੀ ਵਾਸਤੇ ਕੰਮ ਕੀਤਾ ਜਾਵੇ, ਸੀਨੀਅਰ ਕਲੱਬਸ ਜਿਹੜੀਆਂ ਹੈਗੀਆਂ ਨੇ? ਬਿਲਕੁਲ ਠੀਕ ਹੈ, ਲੇਕਿਨ ਦੇਖੋ ਇਸ ਤਰ੍ਹਾਂ ਹੈਗਾ, ਜਿਵੇਂ ਸਿਟੀ ਲੈਵਲ 'ਤੇ ਹੈ, ਸਿਟੀ ਲੈਵਲ 'ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਕਿ ਉਹ ਕਮ ਸੇ ਕਮ ਐਕਟਿਵ ਰਹਿਣ, ਹੈਲਦੀ ਰਹਿਣ। ਹੈਲਦੀ ਕਿਵੇਂ ਰਹਿ ਸਕਦੇ ਨੇ? ਕਿਉਂਕਿ ਸਾਰੇ ਜਿੰਨੇ ਵੀ ਸੀਨੀਅਰਸ ਨੇ, ਇਹ ਆਪਾਂ ਇਹ ਨਹੀਂ ਸੋਚ ਸਕਦੇ ਕਿ ਸਾਰੇ ਸੀਨੀਅਰਸ ਨੂੰ OS ਮਿਲਦਾ ਹੈ, GS ਮਿਲਦੀ ਹੈ, ਲੇਕਿਨ ਸਾਰੇ ਕਈ ਅਫੋਰਡ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂਗੇ 70 ਸਾਲ ਤੋਂ ਉੱਪਰ ਜਿਹੜਾ ਵੀ ਕੋਈ ਸੀਨੀਅਰ ਹੈ, ਉਸ ਨੂੰ ਸਾਰੇ ਕਮਿਊਨਿਟੀ ਦੇ ਜਿੰਨੇ ਵੀ ਤੁਹਾਡੇ ਜਿਮ ਹੈ ਜਾਂ ਕੁਝ ਵੀ ਹੈ, ਉਹ ਸਾਰੀ ਫੈਸਿਲਿਟੀ ਫ੍ਰੀ ਆਫ ਕਾਸਟ ਮਿਲਣੀ ਚਾਹੀਦੀ ਹੈ। ਉਹਦੇ
ਅਸੀਂ ਆਪਣੀ ਆਵਾਜ਼ ਉਠਾ ਕੇ ਮੇਅਰ ਨੂੰ ਮਿਲ ਰਹੇ ਹਾਂਗੇ, ਅਸੀਂ ਆਲਰੇਡੀ ਉਹਨਾਂ ਨੂੰ ਪ੍ਰੋਗਰਾਮ ਦੇ ਚੁੱਕੇ ਹਾਂਗੇ ਔਰ ਉਹ ਇਸ ਦਾ ਧਿਆਨ ਵੀ ਕਰ ਰਹੇ ਨੇ। ਮੈਨੂੰ ਉਮੀਦ ਹੈ ਕਿ ਥੋੜ੍ਹੇ ਟਾਈਮ ਦੇ ਵਿੱਚ ਇਹ ਵੀ ਹੋਏਗਾ ਕਿ 70 ਸਾਲ ਤੋਂ ਉੱਪਰ ਜਿਹੜੇ ਨੇ ਸਾਰੇ ਸੀਨੀਅਰਸ ਸਾਰੀਆਂ ਫੈਸਿਲਿਟੀਆਂ ਜਿੰਨੀਆਂ ਵੀ ਹੈ ਕਮਿਊਨਿਟੀ ਦੀਆਂ ਆਪਣੀਆਂ ਸਿਟੀ ਵੱਲੋਂ ਬਣੀਆਂ ਹੋਈਆਂ ਨੇ ਉਹ ਫ੍ਰੀ ਆਫ ਕਾਸਟ ਅਵੇਲ ਕਰ ਸਕਣਗੇ ਤਾਂ ਜੋ ਕਿ ਉਹ ਹੈਲਦੀ ਰਹਿ ਸਕਣਗੇ। ਉੱਥੇ ਜਾ ਕੇ ਜਿਮ ਹੈ, ਤੁਹਾਡਾ ਸਵਿਮਿੰਗ ਪੂਲ ਹੈ, ਉਹਦੇ 'ਚ ਮਤਲਬ ਕਿ ਸਵਿਮਿੰਗ ਕਰ ਸਕਦੇ ਨੇ। ਜਦ ਕਿ ਸਵਿਮਿੰਗ ਤਾਂ 75 ਤੋਂ ਉੱਪਰ ਹੁਣ ਵੀ ਫ੍ਰੀ ਹੈ, ਪਰ ਅਸੀਂ ਚਾਹੁੰਦੇ ਹਾਂ ਵੀ 70 ਸਾਲ ਤੋਂ ਇਹ ਸਾਰਾ ਲਾਗੂ ਹੋਵੇ, ਈਵਨ ਜਿਮ ਵੀ 70 ਸਾਲ ਤੋਂ ਜ਼ਿਆਦਾ ਲਾਗੂ ਹੋਵੇ। ਸੈਮੀ ਸਾਹਿਬ, ਜਿਵੇਂ ਤੁਸੀਂ ਇਹ ਕਹਿ ਰਹੇ ਸੀ ਕਿਉਂਕਿ ਇਹ ਪ੍ਰੋਬਲਮਸ ਜੋ ਆਇਡੈਂਟੀਫਾਈ ਕਰ ਲਈਏ ਸਿਟੀ ਲੈਵਲ ਦੇ ਉੱਤੇ, ਬਿਲਕੁਲ ਕभी ਕਮਿਊਨਿਟੀ ਸੈਂਟਰ 'ਚ ਜਿਮ ਹੋ ਗਿਆ, ਸਵਿਮਿੰਗ ਹੋ ਗਿਆ, ਉਹ ਮੁਖਤਲਿਫ ਜਿਹੜੀ ਚੀਜ਼ਾਂ ਉਹਨਾਂ ਦੀ ਸਹੂਲਤਾਂ ਜਿਹੜੀ ਹੈਗੀਆਂ ਨੇ ਉਹ ਆ ਗਈਆਂ। ਪ੍ਰੋਵਿੰਸ਼ੀਅਲ ਲੈਵਲ ਉੱਤੇ ਵੀ ਜਿਹੜੀਆਂ ਐਲਡਰ ਅਬਿਊਜ਼ ਉੱਤੇ ਜਿਹੜੀ ਕਿ ਰੋਕਥਾਮ ਕੀਤੀ ਜਾਂਦੀ ਹੈਗੀ, ਫੈਡਰਲ ਲੈਵਲ ਉੱਤੇ ਕਿ ਜਿਹੜੀ ਕੋਈ ਐਸੀ ਗ੍ਰਾਂਟ ਦਿੱਤੀ ਜਾਂਦੀ ਹੈਗੀ ਤਾਂ ਕਿ ਉਹ ਜਿਹੜੇ ਆਰਗੇਨਾਈਜੇਸ਼ਨ ਹੈਗੀਆਂ ਨੇ ਕਿ ਉਹ ਜਾਣ ਫਿਰਨ ਟੂਰਨ, ਲੈਕਚਰ ਵਗੈਰਾ, ਸੈਮੀਨਾਰ, ਕੋਈ ਪਿਕਨਿਕ ਵਗੈਰਾ, ਇਹ ਪ੍ਰੋਬਲਮਸ ਕੋਈ ਆਇਡੈਂਟੀਫਾਈ ਕਰਕੇ ਤੇ ਉਹਨਾਂ ਦੇ ਨਾਲ ਐਡਰੈਸ ਕੀਤਾ ਜਾ ਸਕਦਾ ਹੈ ਜਾਂ ਆਪਣੇ ਜਿਹੜੀ ਹੁਣ ਫੈਡਰਲ ਮਿਨਿਸਟਰ ਆਈ ਹੈ ਤੇ ਕੋਈ ਕਾਨਫਰੰਸ ਕੀਤੀ ਜਾਏ, ਸਾਰਿਆਂ ਨੂੰ ਬੁਲਾ ਕੇ ਉਹਨੂੰ ਕਿਹਾ ਜਾਏ ਇਹ ਸਾਡੇ ਇਸ਼ੂਜ਼ ਹੈਗੇ ਨੇ, ਇਹ ਐਡਰੈਸ ਕੀਤੇ ਜਾਣ, ਉਹ ਨੋਟ ਕਰੇ ਤਾਂ ਕਿ ਜਾ ਕੇ ਅੱਗੇ ਪਾਲਿਸੀ ਕੋਈ ਬਣੇ। ਬਿਲਕੁਲ ਬਿਲਕੁਲ, ਇਹ ਐਕਚੁਅਲੀ ਇਹ ਚੀਜ਼ਾਂ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਉਂਦੀਆਂ ਹਮੇਸ਼ਾ। ਇਕੱਲਾ ਇਹੀ ਨਹੀਂ ਬਲਕਿ ਈਵਨ ਜੇ ਪ੍ਰੋਵਿੰਸ ਲੈਵਲ 'ਤੇ ਇਸ ਮੌਕੇ ਜਿਹੜਾ ਹੁਣ ਡੈਂਟਲ ਦੇ ਵਿੱਚ ਕਮ ਸੇ ਕਮ ਫ੍ਰੀ ਹੋ ਸਕਿਆ ਆਪਣੇ 65+ ਦੇ ਵਾਸਤੇ, ਇਹਦੇ ਵਾਸਤੇ ਕਮ ਸੇ ਕਮ 5 ਸਾਲ ਤੋਂ ਲੈ ਕੇ ਅਸੀਂ ਜਦੋਜਹਿਦ ਕਰਦੇ ਸੀਗੇ ਔਰ ਇਹ ਸਫਲ ਹੋ ਸਕੇ। ਪਰ ਇਹਦੇ ਵਿੱਚ ਵੀ ਕਮੀਆਂ ਨੇ ਜਿਹੜਾ ਕਿ ਹੁਣ ਇਸ ਮੌਕੇ ਅਗਰ ਅਸੀਂ ਕਿਸੇ ਨੂੰ ਅਪੁਆਇੰਟਮੈਂਟ ਚਾਹੀਦੀ ਵੀ ਹੈ ਤਾਂ ਉਹ ਅਪੁਆਇੰਟਮੈਂਟ ਇੰਨੀ ਜਲਦੀ ਨਹੀਂ ਮਿਲ ਪਾਉਂਦੀ, ਉਹ ਸਫਰ ਕਰਦੇ ਨੇ ਅਤੇ ਅਲਟੀਮੇਟਲੀ ਉਸ ਨੂੰ ਫਿਰ ਪ੍ਰਾਈਵੇਟ ਇਲਾਜ ਕਰਾਉਣੇ ਪੈਂਦੇ ਨੇ। ਉਹਦੇ ਵਾਸਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਆਪਣੇ ਮਿਨਿਸਟਰ ਨੂੰ ਮਿਲ ਕੇ ਅਸੀਂ ਉਹਦੇ ਵਾਸਤੇ ਕਲੀਨਿਕ ਹੋਰ ਖੋਲ੍ਹ ਸਕੀਏ, ਜਦਕਿ ਪੀਲ ਦੇ ਵਿੱਚ ਸਿਰਫ ਟੋਟਲੀ 3 ਕਲੀਨਿਕ ਅਥੋਰਾਈਜ਼ ਨੇ ਕਿਸ ਚੀਜ਼ ਦੇ, ਡੈਂਟਲ ਸਰਵਿਸਿਜ਼ ਦੇ ਵਾਸਤੇ। ਲੇਕਿਨ ਅਸੀਂ ਚਾਹੁੰਦੇ ਵੀ ਘੱਟੋ ਘੱਟ ਇੱਥੇ 10 ਕਲੀਨਿਕ ਹੋਣ ਪੀਲ ਦੇ ਵਿੱਚ ਘੱਟੋ ਘੱਟ ਤਾਂ ਕਿ ਉਹਨਾਂ ਦਾ ਨੰਬਰ ਜਲਦੀ ਲੱਗ ਸਕੇ ਔਰ ਜਲਦੀ ਉਹਨੂੰ ਸਰਵਿਸ ਮਿਲ ਸਕੇ। ਈਵਨ ਫੈਡਰਲ ਲੈਵਲ ਦੇ ਉੱਤੇ ਵੀ ਅਸੀਂ ਮਿਨਿਸਟਰ ਆਫ ਸੀਨੀਅਰਸ ਨੂੰ ਮਿਲੇ ਔਰ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਿੱਕਤਾਂ ਦੱਸੀਆਂ। ਈਵਨ OAS ਦੇ ਵਿੱਚ ਜਿਹੜਾ ਹੁਣ 10% ਦਾ ਇਨਕਰੀਜ਼ ਆਈ ਹੈ, ਇਹ ਵੀ ਕਿੰਨੀ ਦੇਰ ਤੋਂ ਇਹ ਮਸਲਾ ਸੀਗਾ। 10% ਇਨਕਰੀਜ਼ ਹੋਣ ਜਿਹੜੇ 75 ਤੋਂ ਉੱਪਰ ਨੇ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਜਾਣੀ ਹੈਗੀ। ਲੇਕਿਨ ਹਲੇ ਵੀ ਕਮੀਆਂ ਨੇ। ਅਸੀਂ ਚਾਹੁੰਦੇ ਹਾਂ ਕਿ 65 ਤੋਂ ਹੀ ਪਲੱਸ ਦੇ ਤੋਂ ਲੈ ਕੇ OAS ਇਨਕਰੀਜ਼ ਹੋਣੀ ਚਾਹੀਦੀ ਹੈਗੀ। ਉਮੀਦ ਹੈ ਕਿ ਅਗਲੇ ਕੁਝ ਟਾਈਮ ਦੇ ਵਿੱਚ ਇਹ ਵੀ ਦੇਖੋ ਨਾ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈਗੀ ਹੈ ਕਿ ਓਲਡ ਏਜ ਦੇ ਵਿੱਚ ਜਾ ਕੇ ਕਿ ਜਿਹੜੇ ਬੈਨੀਫਿਟਸ ਹੈਗੇ ਨੇ ਉਹ ਤੇ ਜਿਹੜੇ ਮਿਲਦੇ ਨੇ, ਉਹਦੇ ਨਾਲ ਜਿਹੜੀ ਅਪੁਆਇੰਟਮੈਂਟਸ ਜਿਹੜੀ ਹੈਗੀਆਂ ਨੇ ਸਪੈਸ਼ਲਿਸਟ ਦੀਆਂ, ਉਹ ਵੇਟਿੰਗ ਪੀਰੀਅਡ ਇਹਨਾਂ ਲੰਬਾ ਹੈਗਾ ਹੈ, ਉਹ ਕੀ ਕਰ ਸਕੇ। ਉਹਦੇ ਨਾਲ ਬਿਮਾਰੀ ਉਂਝ ਵੱਧਦੀ ਜਾ ਰਹੀ, ਉਦੋਂ ਵੇਟ ਪੀਰੀਅਡ ਜਿਹੜਾ ਹੈਗਾ ਡਾਕਟਰ ਸਪੈਸ਼ਲਿਸਟ ਦਾ ਉਹ ਮਿਲਦਾ ਹੀ ਨਹੀਂ ਹੈਗਾ। ਆਪਰੇਸ਼ਨ ਜਿਹੜੇ ਹੈਗੇ ਨੇ ਕੋਵਿਡ ਦੇ ਵਿੱਚ ਵੈਸੇ ਹੀ ਬੰਦ ਹੋ ਗਏ, ਉਹ ਲੰਬਾ ਕੰਮ ਚੱਲਦਾ ਗਿਆ। ਤੇ ਇੱਕ ਇਹ ਇਸ਼ੂ ਹੈਗਾ ਹੈ ਕਿ ਜਿਹੜਾ ਡਾਕਟਰ ਜਿਹੜਾ ਇਹ ਪ੍ਰੋਵਿੰਸ਼ੀਅਲ ਆ ਜਾਂਦਾ ਹੈਗਾ, ਜਿਹੜਾ ਤੁਹਾਨੂੰ ਐਡਰੈਸ ਕਰਨਾ ਪਏਗਾ ਸੀਨੀਅਰ ਮਿਨਿਸਟਰ ਨਾਲ ਮਿਲ ਕੇ। ਔਰ ਡੈਂਟਲ ਦਾ ਮਸਲਾ, ਆਈ ਦਾ ਮਸਲਾ, ਫਿਜ਼ੀਓਥੈਰੇਪੀ ਦਾ ਮਸਲਾ, ਫਿਰ ਲੌਂਗ ਟਰਮ ਕੇਅਰ ਦੇ ਵਿੱਚ ਬਾਅਦ ਚੋਂ ਤੇ ਇਹ ਇਸ਼ੂਜ਼ ਜਿਹੜੇ ਹੈਗੇ ਨੇ ਕਿ ਇੱਕ ਆਵਾਜ਼ ਬਣ ਕੇ ਜਿਵੇਂ ਤੁਹਾਡੀ ਐਸੋਸੀਏਸ਼ਨ ਹੈਗੀ ਹੈ ਕਿ ਤੁਸੀਂ ਇਹਨੂੰ ਲੀਡ ਕਰੋਗੇ ਤੇ ਜਿਹੜੇ ਬਾਕੀ ਅਗਰ ਮਿਸਿਸਾਗਾ ਵਿੱਚ ਸੀਨੀਅਰ ਕੌਂਸਲ ਬਣੀ ਦੀ ਹੈ, ਮਿਸਾਗਾ ਦੇ ਵਿੱਚ ਵੀ ਔਰ ਦੂਸਰੇ ਸ਼ਹਿਰਾਂ ਵਿੱਚ ਫੋਲੋ ਕਰਨਗੀਆਂ ਤੇ ਚੀਜ਼ ਇਹੀ ਹੈਗੀ ਹੈ ਕਿ ਇੱਕ ਬੰਦਾ ਅੱਗੇ ਲੱਗੇਗਾ, ਉਹਨੂੰ ਫੋਲੋ ਕਰਕੇ ਤੇ ਭੱਲਾ ਸਾਰਿਆਂ ਦਾ ਹੋ ਜਾਏਗਾ ਕਿ ਚਲੋ ਜਿਹੜਾ ਕੰਮ ਚੱਲਦਾ ਪਿਆ ਹੈਗਾ। ਬਿਲਕੁਲ। ਇੱਥੇ ਇੱਕ ਟਾਈਮ ਹੋ ਗਿਆ ਬ੍ਰੇਕ ਦਾ, ਅਸੀਂ ਬ੍ਰੇਕ ਲੈਣੇ ਆ, ਵਾਪਸ ਆਨੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। Babu Pan and Shawarma, now serving from 4 locations. GTA की टॉप ऑफ द लाइन क्वालिटी प्रिंटिंग में we are the leaders with lowest prices in town. We are Z9 Media.
टॉप क्वालिटी और लोएस्ट प्राइसेस है गारंटीड। हर तरह की ग्राफिक डिजाइनिंग और प्रिंटिंग सर्विसेज फ्रॉम ह्यूज बैनर्स टू पोस्टर्स, रियल एस्टेट साइंस, विनाइल, मैग्नेट फ्लायर, business card, your one-stop shop for all science and printing needs. Call now 647-500-9477. Z9 Media. ਜੀ ਹਾਜ਼ਰ ਹੋਏ ਇੱਕ ਬ੍ਰੇਕ ਦੇ ਬਾਅਦ ਗੱਲਬਾਤ ਦਾ ਸਿਲਸਿਲਾ ਚੰਗੀਰ ਸਿੰਘ ਸੈਬੀ ਸਾਹਿਬ ਦੇ ਨਾਲ ਉੱਥੇ ਕਰਾਂਗੇ ਜਿੱਥੇ ਇਸ ਬ੍ਰੇਕ ਤੇ ਗਏ ਸੀ ਕਿ ਸੀਨੀਅਰ ਦੇ ਵਿੱਚ ਜਿਹੜੇ ਮਾਮਲਾਤ ਨੇ ਉਹਨਾਂ ਦੇ ਹੈਲਦੀ ਰਹਿਣ ਦੇ ਵਾਸਤੇ, ਉਹਨਾਂ ਐਕਟਿਵ ਰਹਿਣ ਵਾਸਤੇ ਜਿਹੜੀ ਹਕੂਮਤੀ ਸਤ੍ਹਾ ਤੇ ਇਕਦਾਮ ਕੰਮ ਹੋਣੇ ਚਾਹੀਦੇ ਨੇ, ਉਹ ਹੋ ਰਹੇ ਨੇ ਔਰ ਉਹਦੇ ਵਿੱਚ ਇਹਨਾਂ ਦੀ ਐਸੋਸੀਏਸ਼ਨ ਔਰ ਇਹ ਕੀ ਕੰਮ ਕਰ ਰਹੇ ਹੈਗੇ ਨੇ, ਉਹਦੇ ਵਿੱਚ ਕਿਸ ਤਰ੍ਹਾਂ ਕੰਮ ਨੂੰ ਅੱਗੇ ਵਧਾਇਆ ਜਾ ਸਕਦਾ ਹੈਗਾ। ਸੈਬੀ ਸਾਹਿਬ ਤੁਸੀਂ ਇਹ ਦੱਸੋ ਕਿ ਸਾਡੇ ਦੇਖਣ ਚ ਆਇਆ ਹੈਗਾ ਸਾਡੇ ਆਪਣੇ ਕਲਚਰ ਦੇ ਵਿੱਚ ਕਿ ਦੇਸੀ ਜਿਹੜੇ ਲੋਕ ਅਸੀਂ ਹੈਗੇ ਆ ਕਿ ਸੀਨੀਅਰ ਹੋਮ, ਰਿਟਾਇਰਮੈਂਟ ਹੋਮ ਦੇ ਵਿੱਚ ਜਾਣ ਤੋਂ ਅਵਾਇਡ ਕਰਨੇ ਆ, ਕਿਉਂਕਿ ਇਹਦੇ ਵਿੱਚ ਡਾਕਟਰ ਇਹ ਕਹਿ ਦਿੰਦਾ ਹੈ ਕਿ ਜਾਂ ਤੇ ਇਹ ਜਿਹੜਾ ਪੇਸ਼ੈਂਟ ਹੈਗਾ ਇਹ ਸੀਨੀਅਰ ਹੋਮ ਦੇ ਵਿੱਚ ਜਾਏਗਾ ਜਾਂ ਕੁਝ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਰਿਟਾਇਰਮੈਂਟ ਹੋਮ 'ਚ ਜਾਣਾ ਪੈਂਦਾ ਹੈਗਾ, ਲੇਕਿਨ ਉਹ ਇੱਕ ਪੂਰੇ ਜਗ੍ਹਾ ਨਹੀਂ ਹੈਗੀ, ਉਹ ਇੰਨੇ ਨਹੀਂ ਹੈਗੇ ਕਿ ਜਿਹਦੇ ਵਿੱਚ ਸਾਰੇ ਜਾ ਸਕਣ। ਤੇ ਇੱਕ ਤਾਂ ਸਾਡਾ ਕਲਚਰ ਵੀ ਆ ਗਿਆ, ਦੂਸਰਾ ਜਿਹੜਾ ਹੈਗਾ ਕਿ ਜਗ੍ਹਾ ਵੀ ਨਹੀਂ ਹੈਗੀ। ਤੇ ਇਹ ਜਿਹੜੀ ਐਸੋਸੀਏਸ਼ਨ ਤੁਹਾਡੀ ਹੈਗੀ ਇਸ ਮਾਮਲੇ ਨੂੰ ਕਿੱਥੇ ਦੇਖਦੀ ਹੈ, ਕੀ ਹੋਣਾ ਚਾਹੀਦਾ? ਇਹ ਮਾਮਲਾ ਅਸੀਂ ਪ੍ਰੋਵਿੰਸ ਦਾ ਹੈ, ਪ੍ਰੋਵਿੰਸ ਦੇ ਨੂੰ ਅਸੀਂ ਟੇਕਅਪ ਕੀਤਾ ਸੀਗਾ ਔਰ ਇਸ ਚੀਜ਼ ਨੂੰ ਦੇਖਿਓ ਐਕਚੁਅਲੀ ਸਮੱਸਿਆ ਬੜੀ ਤੇ ਹੈ ਕਿ ਜਿਹੜੇ ਸੀਨੀਅਰ ਹੋਮ ਇਸ ਮੌਕੇ ਹੈਗੇ ਨੇ ਉਹਨਾਂ ਵਿੱਚ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਵਾਲੇ ਜਾਣਾ ਨਹੀਂ ਚਾਹੁੰਦੇ। ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈ ਦਿੱਕਤ ਫੂਡ ਦੀ, ਜੋ ਸਾਨੂੰ ਫੂਡ ਦੀ ਆਦਤ ਪਈ ਹੁੰਦੀ ਹੈ ਪਿੱਛੇ, ਉਹ ਫੂਡ ਸਾਨੂੰ ਉੱਥੇ ਮਿਲਦੀ ਨਹੀਂ ਹੈ, ਉਸ ਕਰਕੇ ਸਭ ਤੋਂ ਵੱਡਾ ਦਿੱਕਤ ਇਹ ਹੁੰਦੀ ਹੈਗੀ। ਉਸ ਤੋਂ ਇਲਾਵਾ ਉਹ ਕੰਪਨੀ ਨਹੀਂ ਮਿਲਦੀ, ਉਸ ਤਰ੍ਹਾਂ ਦੀ ਲੈਂਗੁਏਜ ਨਹੀਂ ਮਿਲੀ, ਲੈਂਗੁਏਜ ਬੈਰੀਅਰ ਹੈ, ਲੈਂਗੁਏਜ ਦੀ ਦਿੱਕਤਾਂ ਹੁੰਦੀਆਂ ਨੇ, ਇਸ ਕਰਕੇ ਸੀਨੀਅਰ ਹੋਮ ਦੇ ਵਿੱਚ ਸਾਡੇ ਲੋਕ ਜਾਣਾ ਪਸੰਦ ਨਹੀਂ ਕਰਦੇ ਹੈਗੇ। ਅਸੀਂ ਚਾਹੁੰਦੇ ਹੈਗੇ ਵੀ ਇਹੋ ਜਿਹੇ ਸੀਨੀਅਰ ਹੋਮ ਬਣਾਏ ਜਾਣ ਜਿੱਥੇ ਕਿ ਸਾਡੀ ਤਰ੍ਹਾਂ ਸਾਡੇ ਵਾਸਤੇ ਜਿਹੜੀ ਫੂਡ ਹੈ ਉਹ ਵੀ ਇਸ ਤਰ੍ਹਾਂ ਦੀ ਹੋਵੇ ਔਰ ਉਸ ਤੋਂ ਇਲਾਵਾ ਉਸੇ ਤਰ੍ਹਾਂ ਦੇ ਲੋਕ ਹੋਣ ਅਤੇ ਉਹ ਇੱਕ ਦੂਜੇ ਨੂੰ ਮਿਲ ਸਕਣ। ਉਹਦੇ ਵਾਸਤੇ ਜ਼ਰੂਰ ਐਕਚੁਅਲੀ ਪਿਛਲੀ ਗੌਰਮੈਂਟ ਦੇ ਫੂਡ ਗੌਰਮੈਂਟ ਨੇ ਕੰਮ ਕੀਤਾ ਹੈਗਾ। ਇਹ 2 ਸੀਨੀਅਰ ਹੋਮ ਆ ਰਹੇ ਨੇ ਜਿਹਦੇ ਵਿੱਚ ਇੱਕ ਸੀਨੀਅਰ ਹੋਮ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਰੈਂਪਟਨ ਦੇ ਵਿੱਚ ਬਣ ਰਿਹਾ ਹੈਗਾ, ਦੂਸਰਾ ਸੀਨੀਅਰ ਹੋਮ ਆਪਣਾ ਸਾਊਥ ਏਸ਼ੀਅਨ ਕਮਿਊਨਿਟੀ, ਚਾਈਨੀਜ਼ ਕਮਿਊਨਿਟੀ ਵਾਸਤੇ ਉਹ ਬਣ ਰਿਹਾ ਹੈਗਾ। ਜ਼ਰੂਰ ਇਹ 2 ਕਮਿਊਨਿਟੀ ਵਾਸਤੇ ਬਣਾ ਰਹੇ ਨੇ ਪਰ ਇਹ ਵੀ ਘੱਟ ਹੈ ਔਰ ਉਹਦੇ ਬਣਦੇ 'ਚ ਬੜਾ ਟਾਈਮ ਲੱਗਣਾ ਹੈ। ਜਦ ਤੱਕ ਉਹ ਬਣਨਾ ਹੈ ਤਦ ਤੱਕ ਉਨੀ ਪਾਪੂਲੇਸ਼ਨ ਹੋਰ ਵੀ ਵੱਧ ਜਾਣੀ ਹੈਗੀ। ਅਸੀਂ ਚਾਹੁੰਦੇ ਹਾਂ ਕਿ ਹੋਰ ਵੱਧ ਤੋਂ ਵੱਧ ਉਹ ਆਪਣੀ ਕਮਿਊਨਿਟੀ ਵਾਸਤੇ ਸੀਨੀਅਰ ਹੋਮ ਬਣਾਏ ਜਾਣ ਤਾਂ ਕਿ ਉੱਥੇ ਕਲਚਰ ਬੈਰੀਅਰ ਨਾ ਹੋਵੇ, ਉੱਥੇ ਆਰਾਮ ਦੇ ਨਾਲ ਉਹ ਸਾਰੇ ਜਾ ਕੇ ਰਹਿ ਸਕਣ। ਪਰ ਦੂਸਰੀ ਚੀਜ਼ ਹੈ ਕਿ ਕਾਸਟ ਵੀ ਰਿਟਾਇਰਮੈਂਟ ਹੋਮ ਵਿੱਚ ਬਹੁਤ ਜ਼ਿਆਦਾ ਪੈਂਦੀ ਹੈ ਜਿਹੜੀ ਕਿ ਬਹੁਤ ਸਾਰੇ ਆਦਮੀ ਅਫੋਰਡ ਵੀ ਨਹੀਂ ਕਰ ਪਾਉਂਦੇ ਹੈਗੇ। ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਕਿ ਇਹੋ ਜਿਹਾ ਕੋਈ ਨਾ ਕੋਈ ਸਿਲਸਿਲਾ ਕਰਿਆ ਜਾਵੇ। ਬੇਸ਼ੱਕ ਇਸ ਵਾਰ ਹੁਣ ਏਜ ਵੈਲ ਐਟ ਹੋਮ ਪ੍ਰੋਗਰਾਮ ਆਪਣੇ ਮਿਨਿਸਟਰ ਆਫ ਸੀਨੀਅਰਸ ਨੇ ਦਿੱਤਾ, ਨਵਾਂ ਪ੍ਰੋਗਰਾਮ ਦਿੱਤਾ ਹੈਗਾ ਅਤੇ ਹੋ ਸਕਦਾ ਉਮੀਦ ਹੈ ਕਿ ਪਰ ਉਹਦੇ 'ਚ ਫੰਡਸ ਇੰਨੇ ਥੋੜ੍ਹੇ ਨੇਗੇ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰਿਆਂ ਨੂੰ ਉਹ ਫੈਸਿਲਿਟੀ ਸਾਰੀ ਪ੍ਰੋਵਾਈਡ ਕਰ ਸਕਾਂਗੇ। ਅਤੇ ਉਹਦੇ ਵਾਸਤੇ ਚਾਹੁੰਦੇ ਹਾਂ ਵੀ ਉਹਦੇ 'ਚ ਫੰਡਸ ਵੀ ਜ਼ਿਆਦਾ ਰੇਜ਼ ਕੀਤੇ ਜਾਣ ਔਰ ਸਭ ਨੂੰ ਫੈਸਿਲਿਟੀ ਮਿਲ ਸਕੇ। ਹਾਂਜੀ, ਅੱਛੀ ਗੱਲ ਹੀ ਹੈਗੀ ਹੈ ਕਿਉਂਕਿ ਅਗਰ ਹਕੂਮਤੀ ਸਤ੍ਹਾ ਤੇ ਦੇਖਦੇ ਪਏ ਨੇ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਜਿਹੜੇ ਸੀਨੀਅਰ ਘਰਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵਿਜ਼ਿਟ ਕੀਤਾ ਜਾਵੇ। ਤੇ ਸਭ ਤੋਂ ਵੱਡੀ ਅੱਛੀ ਗੱਲ ਹੈ ਜਿਹੜੇ ਸਾਡੇ ਬੈਕ ਹੋਮ ਦੇ ਵਿੱਚ ਹੈਗਾ ਸੀ ਕਿ ਆਨ ਗਵਾਂਢ ਵਾਲੇ ਜਿਹੜੇ ਹੈਗੇ ਨੇ ਜਾਂਦੇ ਸੀ, ਪੁੱਛਦੇ ਸੀ, ਖੈਰ ਖਰੀਦ ਪਤਾ ਚੱਲਦੀ ਹੈਗੀ ਸੀ। ਆਮ ਆਦਮੀ ਬਿਮਾਰ ਵੀ ਹੋਏ ਤੇ ਜਿਹੜਾ ਆਪਣਾ ਸੱਜਣ ਨੂੰ ਮਿਲਣ ਆਏ ਤਾਂ ਉਂਝ ਉਹ ਵੱਲ ਹੋ ਜਾਂਦਾ ਸੀ, ਸਹੀ ਹੁੰਦਾ ਸੀ ਕਿ ਮੇਰੇ ਕਿਸੇ ਨੇ ਦੇਖ ਲਿਆ। ਤੇ ਦੇਖਣਾ ਹੈਗਾ ਕਿ ਜਿਸ ਤਰ੍ਹਾਂ ਮਹਿੰਗਾਈ ਵੱਧਦੀ ਪਈ ਹੈਗੀ ਤੇ ਜਿਹੜੇ ਓਲਡ ਏਜ ਬੈਨੀਫਿਟ ਨੇ ਜਾਂ ਸੀਨੀਅਰ ਪੈਨਸ਼ਨ ਨੂੰ ਮਿਲਦੀ ਹੈਗੀ ਉਹ ਤਾਂ ਬੜੇ ਘੱਟ ਹੈਗੇ ਨੇ। ਤੇ ਇਹ ਕਿਸ ਤਰ੍ਹਾਂ ਮਤਲਬ ਕਿ ਉਹੀ ਗੱਲ ਹੈਗੀ ਕਿ ਸੀਨੀਅਰ ਹੋਮ 'ਚ ਕੋਈ ਚਲਾ ਜਾਏਗਾ ਜਾਂ ਰਿਟਾਇਰਮੈਂਟ ਹੋਮ 'ਚ ਚਲਾ ਜਾਏਗਾ ਤੇ ਐਕਸਪੈਂਸਿਵ ਤਾਂ ਕਾਫੀ ਜ਼ਿਆਦਾ ਨੇ, ਇਹ ਤੇ ਉਹ ਪੂਰੇ ਨਹੀਂ ਕਰ ਸਕਦਾ। ਤੇ ਕਿਉਂ ਨਹੀਂ ਆਪਣੀ ਜਿਹੜੀ ਹੈਗੀ ਹੈ ਕਿ ਆਰਗੇਨਾਈਜੇਸ਼ਨ ਤੁਹਾਡੀ ਐਸੋਸੀਏਸ਼ਨ ਉਹ ਹਕੂਮਤੀ ਸਤ੍ਹਾ ਤੇ ਕਹਿ ਕਿ ਉਹ ਮੈਚਿੰਗ ਗ੍ਰਾਂਟ ਕੋਈ ਐਸੀ ਮਿਲ ਜਾਏ ਕਿ ਜਿਹੜੇ ਉਹ ਇੱਕ ਸੀਨੀਅਰ ਹੋਮ ਬਣਾ ਲਿਆ ਜਾਵੇ ਜਾਂ ਰਿਟਾਇਰਮੈਂਟ ਹੋਮ ਹੋ ਜਾਵੇ ਜਿਹਦੇ ਵਿੱਚ ਉਹ ਆਪਣੇ ਫੂਡ, ਆਪਣੇ ਕਲਚਰ, ਐਥਨਿਕ ਲਾਈਫਸਟਾਈਲ ਦੇ ਨਾਲ ਜ਼ਿੰਦਗੀ ਗੁਜ਼ਾਰ ਸਕੇ। ਉਹੀ ਅਸੀਂ ਕੋਸ਼ਿਸ਼ ਕੀਤੀ ਹੈ, ਮਿਨਿਸਟਰ ਆਫ ਸੀਨੀਅਰਸ ਨੂੰ ਮਿਲੇ ਹੈਗੇ, ਉਹਨਾਂ ਨੂੰ ਅਸੀਂ ਡਿਮਾਂਡ ਦਿੱਤੀ ਹੈ ਕਿ ਵੀ ਸਾਡੇ ਕਮ ਸੇ ਕਮ ਸੀਨੀਅਰ ਰਿਟਾਇਰਮੈਂਟ ਹੋਮ ਜਿਹੜੇ ਸੀਨੀਅਰ ਹੋਮ ਨੇ ਜਿਹੜੇ ਤੇ ਉਹ ਜ਼ਿਆਦਾ ਬਣਾਏ ਜਾਣ ਤਾਂ ਜੋ ਕਿ ਆਪਣੀ ਕਲਚਰ ਦੇ ਸਾਰੇ ਆਦਮੀ ਉੱਥੇ ਜਾ ਸਕਣ ਔਰ ਸਭ ਨੂੰ ਜਗ੍ਹਾ ਮਿਲ ਸਕੇ। ਪਰ ਹੁਣ ਇਸ ਮੌਕੇ ਤਾਂ ਆਪਣੀ ਕਮੇਟੀ ਦੇ ਵਿੱਚ ਕੋਈ ਵੀ ਨਹੀਂ ਹੈ, ਜਦ ਕਿ ਹੁਣ ਇੱਕ ਬਣਨ ਦੀ ਉਮੀਦ ਹੈ, ਉਹ ਵੀ ਬਣਨ ਦੇ ਵਿੱਚ ਬੜਾ ਟਾਈਮ ਲੱਗਣਾ ਹੈਗਾ। ਉਮੀਦ ਹੈ ਕਿ ਜਲਦੀ ਇਸ ਦੇ ਉੱਤੇ ਦੇਖਣਗੇ। ਐਲਡਰ ਅਬਿਊਜ਼ ਇੱਕ ਬੜਾ ਵੱਡਾ ਇਸ਼ੂ ਹੈਗਾ। ਬਿਲਕੁਲ। ਔਰ ਇਹਦੇ ਨਾਲ ਜਿਹੜਾ ਹੈਗਾ ਕਿ ਮੁਖਤਲਿਫ ਬੜੀ ਚੀਜ਼ਾਂ ਜਿਹੜੀਆਂ ਫੈਮਿਲੀ ਦੇ ਵਿੱਚ ਜੁੜੀਆਂ ਹੁੰਦੀਆਂ ਨੇ, ਅਗਰ ਕਿਸੇ ਦੇ ਨਾਲ ਅਬਿਊਜ਼ ਹੁੰਦਾ ਹੈਗਾ
ਤੇ ਸਾਡੇ ਮਤਲਬ ਕਲਚਰ ਦੇ ਵਿੱਚ ਬਿਹਾਰ ਦੇ ਵਿੱਚ ਹੈਗਾ ਅਸੀਂ ਸਹਿਜਾਨੀਆਂ ਦੱਸਦੇ ਨਹੀਂ ਹੈਗੇ ਬਿਲਕੁਲ ਕਿ ਅਗਰ ਬਾਪ ਬੇਟਾ ਜਿਹੜੇ ਕੋਈ ਹੈਗੇ ਨੇ ਉਹਨਾਂ ਨਾਲ ਹੋ ਗਿਆ, ਅਗਰ ਮਾਂ ਦੇ ਨਾਲ ਹੋ ਗਿਆ ਤੇ ਉਹ ਅੰਦਰ ਹੀ ਵਿੱਚ ਰਹਿੰਦੀ ਹੈਗੀਆਂ ਚੀਜ਼ਾਂ, ਲੇਕਿਨ ਜ਼ਹਿਨੀ ਤੌਰ ਤੇ ਇੰਨਾ ਅਸਰ ਲੈ ਲੈਂਦੇ ਨੇ ਉਹ ਬਿਮਾਰ ਹੋ ਜਾਂਦੇ ਨੇ। ਤੇ ਇਹ ਜਿਹੜੇ ਮੁਖਤਲਿਫ ਕਿਸਮ ਦੇ ਅਬਿਊਜ਼ ਹੈਗੇ ਨੇ, ਕੋਈ ਆਪਣਾ ਦਫ਼ਤਰੀ ਮਾਮਲੇ ਤੋਂ ਹੋ ਜਾਂਦੇ ਨੇ, ਕੋਈ ਬੈਂਕਾਂ 'ਚ ਹੋ ਜਾਂਦੇ ਹੈਗੇ ਨੇ ਕਿ ਬਿੱਲ ਦੇ ਵਿੱਚ ਜਿਹੜਾ ਲਿਖਵਾ ਲਓ ਕਰ ਲਓ ਉਹ ਹੋ ਜਾਂਦਾ ਹੈ। ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਆਪਣੀ ਐਸੋਸੀਏਸ਼ਨ 'ਚ ਡੀਲ ਕਰਦੇ ਹੋ ਐਲਡਰ ਅਬਿਊਜ਼ ਨੂੰ? ਐਲਡਰ ਅਬਿਊਜ਼ ਦਾ ਇਸ ਤਰ੍ਹਾਂ ਕਿ ਅਸੀਂ ਤਕਰੀਬਨ ਹਰ ਸਾਲ 2-3 ਸੈਮੀਨਾਰ ਜ਼ਰੂਰ ਕਰਾਉਣੇ ਆ। ਉਹਦੇ ਵਿੱਚ ਸਾਰੇ ਸੀਨੀਅਰਸ ਨੂੰ ਇਕੱਠੇ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਅਬਿਊਜ਼ ਹੈਗੇ ਨੇ। ਇੱਕ ਬਾਈ ਫੋਨ ਵੀ ਅਬਿਊਜ਼ ਨੇ, ਔਰ ਜੇ ਫੋਨ ਤੇ ਅਬਿਊਜ਼ ਹੁੰਦਾ ਤੁਸੀਂ ਕੀ ਕਰਨਾ ਚਾਹੁੰਦੇ ਹੋਗੇ। ਉਹਦੇ ਵਿੱਚ ਕਰਨ ਦਾ ਇਹੀ ਤਰੀਕਾ ਹੈ ਕਿ ਜੇ ਤੁਹਾਨੂੰ ਲੱਗੇ ਵੀ ਇਸ ਤਰ੍ਹਾਂ ਦਾ ਕੋਈ ਇਮੋਸ਼ਨਲੀ ਪਲੇ ਕਰ ਰਿਹਾ ਹੈ ਤਾਂ ਉਸ ਨੂੰ ਫੋਨ ਨੂੰ ਕੱਟ ਕਰ ਦਿਓ ਤਾਂ ਕਿ ਤੁਸੀਂ ਅੱਗੇ ਰਿਸਪੌਂਡ ਹੀ ਨਾ ਕਰੋ, ਬਿਹਤਰ ਹੀ ਹੈ। ਸਕੈਮ ਕਾਲਾਂ ਜਿਹੜੀ ਆਉਂਦੀਆਂ ਨੇ, ਸਕੈਮ ਕਾਲਸ ਆਉਂਦੀਆਂ ਨੇ। ਦੂਸਰਾ ਜਿਹੜਾ ਕਿ ਐਕਚੁਅਲੀ ਆਪਣੇ ਇਮੋਸ਼ਨਲ ਆਪਾਂ ਜ਼ਿਆਦਾ ਹੋ ਜਾਂਦੇ ਹੈਗੇ, ਆਪਾਂ ਬੱਚਿਆਂ ਦੇ ਨੂੰ ਪਹਿਲਾਂ ਹੀ ਹਰ ਇੱਕ ਚੀਜ਼ ਜ਼ਮੀਨ ਜ਼ਿਆਦਾ ਕਰ ਦਿੰਦੇ ਹੈਗੇ ਜਾਂ ਘਰ ਵੀ ਕਰ ਦਿੰਦੇ ਹੈਗੇ, ਉਹ ਗਲਤ ਹੈ। ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਕਮ ਸੇ ਕਮ ਤੁਸੀਂ ਜ਼ਰੂਰ ਆਪਦਾ ਨਾਂ ਜ਼ਰੂਰ ਰੱਖੋ, ਘਰ ਦੇ ਵਿੱਚ ਨਾ ਰੱਖੋ ਤਾਂ ਕਿ ਤੁਹਾਨੂੰ ਫਿਰ ਘਰ ਦੇ ਵਿੱਚੋਂ ਕੋਈ ਕੱਢੇਗਾ ਨਹੀਂ। ਕਿਉਂਕਿ ਬਾਈ ਚਾਂਸ ਕੋਈ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ, ਕੋਈ ਪਤਾ ਨਹੀਂ ਕਿਹੜਾ ਕੋਈ ਅੱਛਾ ਹੈ ਕਿਹੜਾ ਮਾੜਾ ਹੈ, ਕਿਹੜੇ ਮੌਕੇ ਹਾਲਾਤ ਦੇ ਮੁਤਾਬਿਕ ਨਾਲ ਬੱਚੇ ਬਦਲ ਜਾਂਦੇ ਨੇ। ਉਸ ਨੂੰ ਬਚਾ ਰੱਖਣ ਵਾਸਤੇ ਤੁਹਾਡਾ ਘਰ ਦੇ ਵਿੱਚ ਜੋ ਵੀ ਜਿੱਥੇ ਵੀ ਤੁਸੀਂ ਰਹਿੰਦੇ ਹੋਗੇ ਉੱਥੇ ਨਾਂ ਹੋਣਾ ਬਹੁਤ ਜ਼ਰੂਰੀ ਹੈ। ਅਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਹੋਰ ਚੀਜ਼ਾਂ ਨੇ, ਜਿਵੇਂ ਐਕਚੁਅਲੀ ਬੱਚੇ ਤੁਹਾਨੂੰ ਇਮੋਸ਼ਨਲ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਵੀ ਨਾਂ ਪਵਾ ਲੈਂਦੇ ਨੇ ਅਤੇ ਉਸ ਤੋਂ ਬਾਅਦ ਤੁਹਾਡਾ ਅਕਾਊਂਟ ਸਾਰਾ ਯੂਜ਼ ਕਰਦੇ ਨੇ, ਉਹ ਵੀ ਗਲਤ ਚੀਜ਼ਾਂ ਨੇ ਜਿਹੜਾ ਕਿ ਉਹਨੂੰ ਦੱਸਣਾ ਚਾਹੀਦਾ ਹੈਗਾ। ਇਹ ਮਨੀ ਜਿਹੜਾ ਹੈਗਾ ਤੁਹਾਡੇ ਕੰਮ ਵਾਸਤੇ ਹੈ, ਤੁਹਾਡੇ ਵਾਸਤੇ ਹੈ ਤਾਂ ਕਿ ਤੁਸੀਂ ਆਪਣਾ ਫਰੀਲੀ ਯੂਜ਼ ਕਰ ਸਕੋ, ਤਾਂ ਕਿ ਉਹਨਾਂ ਨੂੰ ਫਿਰ ਸਮਝਾਇਆ ਜਾ ਸਕੇ। ਔਰ ਇਸ ਚੀਜ਼ ਤੋਂ ਬਚਣ ਦੀ ਜ਼ਰੂਰਤ ਹੈ। ਇਹਨਾਂ ਵਾਸਤੇ ਅਸੀਂ ਕਈ ਸਾਰੇ ਸੈਮੀਨਾਰਸ ਇਹ ਸਾਡੀ ਐਸੋਸੀਏਸ਼ਨ ਕਰਾਉਂਦੀ ਰਹਿੰਦੀ ਹੈ ਤੇ ਉਹ ਟਾਈਮ ਟੂ ਟਾਈਮ ਉਹਨਾਂ ਨੂੰ ਹਮੇਸ਼ਾ। ਬਿਲਕੁਲ ਸਹੀ ਹੈ। ਸਭੀ ਸਾਹਿਬ ਇਹ ਦੱਸੋ ਕਿ ਪਹਿਲੇ ਬੜਾ ਸਮਾਂ ਹੁੰਦਾ ਸੀ, ਬੜਾ ਚੰਗਾ ਵੇਲਾ ਹੁੰਦਾ ਸੀ, ਸਾਰੇ ਘਰ ਵਾਲੇ ਭਾਈਚਾਰੇ ਨਾਲ ਬਹਿੰਦੇ ਸੀ ਔਰ ਗੱਲਬਾਤ ਕਰਦੇ ਸੀ, ਕੋਈ ਇੰਨੀ ਬਿਮਾਰੀ ਨਹੀਂ ਹੁੰਦੀ ਸੀ, ਕੋਈ ਆਈਸੋਲੇਸ਼ਨ ਨਹੀਂ ਹੁੰਦੀ ਸੀ, ਕੋਈ ਡਿਪਰੈਸ਼ਨ ਨਹੀਂ ਸੀ, ਉਹ ਦੁੱਖ ਸੁੱਖ ਸਾਂਝੇ ਹੁੰਦੇ ਸੀ। ਹੁਣ ਤਾਂ ਵਕਤ ਨਹੀਂ ਹੈਗਾ, ਘਰਾਂ ਦੇ ਵਿੱਚ ਹਰ ਬੰਦਾ ਬਿਜ਼ੀ ਹੈਗਾ। ਹੁਣ ਤਾਂ ਹਰ ਕੋਈ ਜਿਹੜੇ 4 ਬੰਦੇ 5 ਬੈਠੇ ਨੇ ਇਹਦੇ ਤੇ ਬੈਠੇ ਦੇ ਨੇ, ਇਹ ਬੈਠੇ ਦੇ ਨੇ। ਤੇ ਇੱਕ ਤੇ ਇਹ ਚੀਜ਼ ਆ ਗਈ ਹੈ ਤੇ ਦੂਸਰਾ ਦੱਸੋ ਕਿ ਜ਼ਮਾਨੇ ਦੇ ਨਾਲ ਫਿਰ ਚੱਲਣਾ ਪੈਂਦਾ ਹੈਗਾ ਹੈ। ਤੇ ਇੱਕ ਤੇ ਕੰਪਿਊਟਰ ਆ ਗਿਆ, ਉਹਦੇ ਵਿੱਚ ਸੀਨੀਅਰ ਜਿਹੜੇ ਹੈਗੇ ਨੇ ਅਗਰ ਨਹੀਂ ਸਿੱਖਣਗੇ ਤਾਂ ਬਹੁਤ ਪਿੱਛੇ ਰਹਿ ਜਾਣਗੇ। ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕਿ ਤੁਸੀਂ ਕੀ ਗਾਈਡ ਕਰਦੇ ਆਪਣੀ ਕਲੱਬਾਂ ਜਿਹੜੀ ਤੁਹਾਡੀਆਂ ਹੈਗੀਆਂ ਨੇ ਜਾਂ ਐਸੋਸੀਏਸ਼ਨ ਨੇ, ਕੀ ਸਿਖਾਉਣ ਦਾ ਕੋਈ ਤਰੀਕਾ ਕਾਰ ਕੋਈ ਆ ਰਿਹਾ, ਉਹਨੂੰ ਐਕਸੈਪਟ ਕਰ ਲਿਆ ਕਿ ਸਾਨੂੰ ਸਿੱਖਣਾ ਚਾਹੀਦਾ ਹੈ ਅਗਰ ਜ਼ਿੰਦਗੀ ਗੁਜ਼ਾਰਨੀ ਤੇ? ਬਿਲਕੁਲ ਸਹੀ ਗੱਲ ਹੈ। ਇਹ ਐਕਚੁਅਲੀ ਆਪਾਂ ਨੂੰ ਟਾਈਮ ਦੇ ਮੁਤਾਬਿਕ, ਸਮੇਂ ਦੇ ਮੁਤਾਬਿਕ ਸਾਨੂੰ ਵੀ ਬਦਲਣਾ ਜ਼ਰੂਰੀ ਹੈ। ਜੇ ਆਪਾਂ ਟਾਈਮ ਦੇ ਮੁਤਾਬਿਕ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ। ਈਵਨ ਚਾਹੇ ਸੀਨੀਅਰਸ ਨੇ ਪਹਿਲਾਂ ਬੇਸ਼ੱਕ ਕੰਪਿਊਟਰ ਯੂਜ਼ ਕੀਤਾ ਹੈ ਜਾਂ ਨਹੀਂ ਕੀਤਾ ਹੈ, ਅਸੀਂ ਉਹਨਾਂ ਵਾਸਤੇ ਕਲਾਸਿਸ ਦਾ ਇੰਤਜ਼ਾਮ ਕਰਦੇ ਹਾਂ। ਹਰ ਸਾਲ ਘੱਟੋ ਘੱਟ 2 ਜਾਂ 3 ਸੈਸ਼ਨ ਅਸੀਂ ਜ਼ਰੂਰ ਕਲਾਸਾਂ ਦੇ ਸੀਨੀਅਰਸ ਵਾਸਤੇ ਲਾਉਣੀ, ਦੈਟ ਇਜ਼ ਫ੍ਰੀ ਆਫ ਕਾਸਟ, ਤਾਂ ਜੋ ਕਿ ਉਹ ਆਪਣੇ ਆਪ ਨੂੰ ਅਪਡੇਟ ਕਰ ਸਕਣ, ਆਪਣੇ ਆਪ ਨੂੰ ਕਮ ਸੇ ਕਮ ਆਪਣਾ ਈਮੇਲ ਬਣਾ ਸਕਣ, ਆਪਣਾ ਫੇਸਬੁੱਕ 'ਤੇ ਦੇਖ ਸਕਣ, ਆਪਣਾ ਕੋਈ ਵਟਸਐਪ ਹੈ ਜਾਂ ਕੋਈ ਹੋਰ ਚੀਜ਼ ਹੈ ਉਹ ਉਸ ਨੂੰ ਅਪਡੇਟ ਕਰ ਸਕਣ। ਈਵਨ ਫੋਨ ਨੂੰ ਵੀ ਪ੍ਰੋਪਰ ਢੰਗ ਨਾਲ ਉਸ ਨੂੰ ਪੂਰਾ ਇਸਤੇਮਾਲ ਕਰ ਸਕਣ ਤਾਂ ਕਿ ਉਹ ਆਪਣਾ ਟਾਈਮ ਪਾਸ ਬਿਹਤਰ ਕਰ ਸਕਣ। ਔਰ ਉਹਦੇ ਵਾਸਤੇ ਇਹ ਹੈ ਕਿ ਅਸੀਂ ਕਲਾਸਿਸ ਲਾਉਣੇ ਆ। ਇਹਦੇ ਵਿੱਚ ਆਪਣੇ ਪੰਨੂ ਸਾਹਿਬ ਨੇ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਇਸ ਮਾਮਲੇ ਦੇ ਵਿੱਚ। ਪਿਛਲੇ 10 ਸਾਲ ਤੋਂ ਉਹ ਹਰ ਸਾਲ 2-2, 3-3 ਕਲਾਸਾਂ ਦੇ ਸੈਸ਼ਨ ਲਗਾ ਰਹੇ। ਉਹਦੇ ਵਿੱਚ ਸਾਰਾ ਐਸੋਸੀਏਸ਼ਨ ਆਫ ਸੀਨੀਅਰ ਕਲੱਬ ਸਪੋਰਟ ਕਰਦੀ ਹੈ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਅੱਛਾ, ਬੜੀ ਅੱਛੀ ਗੱਲਾਂ ਹੋ ਰਹੀਆਂ ਨੇ। ਔਰ ਅਸੀਂ ਅਖੀਰ ਤੋਂ ਤੁਹਾਨੂੰ ਇਹ ਪੁੱਛਾਂਗੇ ਕਿ ਮਿਨਿਸਟਰ ਤੁਹਾਡੇ ਆਈ ਹੈ ਕਮਲ ਖਹਿਰਾ ਸਾਹਿਬਾ, ਬਿਲਕੁਲ, ਤੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਕੀ ਤੁਸੀਂ ਉਹਨਾਂ ਨੂੰ ਕੀ ਤਜਾਵੀਜ਼ ਦਿੱਤੀਆਂ ਹੈਗੀਆਂ ਨੇ, ਕੀ ਸੁਜੈਸ਼ਨ ਦਿੱਤੀਆਂ ਨੇ ਕਿ ਜਿਹੜੀਆਂ ਤੁਹਾਡੀਆਂ ਜੋ ਪ੍ਰੋਬਲਮਸ ਹੈ ਨੇ ਸੀਨੀਅਰਸ ਦੀਆਂ ਉਹਦਾ ਕੋਈ ਹੱਲ ਨਿਕਲੇ? ਬਿਲਕੁਲ। ਸਭ ਤੋਂ ਪਹਿਲਾਂ ਅਸੀਂ ਮਿਨਿਸਟਰ ਆਫ ਸੀਨੀਅਰਸ ਨੂੰ ਬਹੁਤ ਮੁਬਾਰਕਾਂ ਦੇਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੀ ਹੁਣੇ ਸ਼ਾਦੀ ਹੋਈ ਹੈ ਔਰ ਬਹੁਤ ਮੁਬਾਰਕਾਂ। ਬਾਬਾ ਮਿਹਰ ਕਰੇ। ਡਿਜੀਟਲ ਟੀਵੀ ਵੱਲੋਂ ਜੀ ਕਮਲ ਖਹਿਰਾ ਸਾਹਿਬਾਂ ਨੂੰ ਮੁਬਾਰਕ ਹੋਵੇ ਸ਼ਾਦੀ ਦੀ। ਤੇ ਬਾਕੀ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਜ਼ਰੂਰ ਗਾਈਡ ਕਰਦੇ ਰਹਿੰਦੇ ਹਾਂ, ਦੱਸਦੇ ਰਹਿੰਦੇ ਹਾਂ ਕਿ ਸੀਨੀਅਰ ਦੀਆਂ ਆਹ ਸਮੱਸਿਆ ਨੇ ਜਿਹਨਾਂ ਦਾ ਹੱਲ ਕੀਤਾ ਜਾਵੇ। ਔਰ ਉਹ ਪੁਰਜੋਰ
ਕੋਸ਼ਿਸ਼ ਵੀ ਕਰਦੇ ਨੇ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਫੰਡਸ ਲਿਆ ਸਕਣ। ਈਵਨ ਜਿਹੜਾ ਨਵਾਂ ਪ੍ਰੋਗਰਾਮ ਹੈ ਸ਼ੁਰੂ ਕੀਤਾ ਹੈਗਾ, ਨਵਾਂ ਪ੍ਰੋਗਰਾਮ ਇਸੇ ਵਾਸਤੇ ਸ਼ੁਰੂ ਕੀਤਾ ਹੈ ਕਿਉਂਕਿ ਸਾਡੇ ਕੋਲ ਓਲਡ ਏਜ ਹੋਮ ਹੈ ਨਹੀਂ ਜੀ, ਬਹੁਤ ਘੱਟ ਨੇ। ਸਾਡੇ ਸੀਨੀਅਰਸ, ਬਹੁਤ ਸਾਰੇ ਸੀਨੀਅਰਸ ਨੇ ਜਿਹੜੇ ਕਿ ਆਪਣੇ ਘਰੇ ਰਹਿਣਾ ਚਾਹੁੰਦੇ ਨੇ ਔਰ ਉਹਨਾਂ ਰਹਿਣ ਦੇ ਵਾਸਤੇ, ਲੇਕਿਨ ਫਿਰ ਵੀ ਉਹ ਕਲਪਨਾ ਮਹਿਸੂਸ ਕਰਦੇ ਨੇ ਕਿ ਬੱਚੇ ਕੰਮ 'ਤੇ ਚਲੇ ਜਾਂਦੇ ਨੇ, ਛੋਟੇ ਬੱਚੇ ਪੜ੍ਹਨ ਚਲੇ ਗਏ ਅਤੇ ਇਕੱਲੇ ਰਹਿ ਗਏ, ਅਤੇ ਉਹਨਾਂ ਦੇ ਵਾਸਤੇ ਅਸੀਂ ਸੀਨੀਅਰਸ ਉਪਰਾਲਾ ਇਹ ਕਰ ਰਹੇ ਹਾਂਗੇ ਕਿ ਉਹਨਾਂ ਨੂੰ ਜਾ ਕੇ ਮਿਲੀਏ, ਉਹਨਾਂ ਨੂੰ ਦੱਸੀਏ, ਉਹਨਾਂ ਦੀ ਕੋਈ ਹੈਲਪ ਕਰ ਸਕੀਏ, ਉਹਨਾਂ ਦੀ ਮੈਡੀਸਿਨ ਵਾਸਤੇ ਜਾਂ ਡਾਕਟਰ ਦੇ ਵਾਸਤੇ ਕੋਈ ਕਰ ਸਕੀਏ, ਉਹਨਾਂ ਦੀ ਸਟ੍ਰੈਸ ਲੈਵਲ ਘੱਟ ਹੋ ਸਕੇ, ਉਹਨਾਂ ਦੇ ਵਾਸਤੇ ਜ਼ਰੂਰ ਸਾਡੀ ਐਸੋਸੀਏਸ਼ਨ ਹਮੇਸ਼ਾ ਤਤਪਰ ਰਹਿੰਦੀ ਹੈ। ਬਹੁਤ ਸ਼ੁਕਰੀਆ, ਬੜੀ ਅੱਛੀ ਚੰਗੀਆਂ ਗੱਲਾਂ ਹੋਈਆਂ ਨੇ। ਕਿਸੇ ਵੇਲੇ ਫਿਰ ਅਸੀਂ ਤੁਹਾਨੂੰ ਬੁਲਾਵਾਂਗੇ ਕਿ ਜੋ ਅੱਜ ਗੱਲਬਾਤ ਤੁਸੀਂ ਕੀਤੀ ਹੈਗੀ ਹੈ ਕਿ ਰੱਬ ਕਰਿਆ ਸਾਰੀਆਂ ਪੂਰੀਆਂ ਹੋ ਜਾਣ, ਮਿਨਿਸਟਰੀ ਸੁਣ ਲੈ ਤਾਂ ਕਿ ਸੇਵਾ ਅੱਛੀ ਤਰ੍ਹਾਂ ਸਾਰੇ ਸੀਨੀਅਰ ਦੀ ਹੋ ਸਕੇ। ਪ੍ਰੋਗਰਾਮ ਵੇਲਾ ਖਤਮ ਹੁੰਦਾ ਕਿ ਜਿਵੇਂ ਅੱਜ ਅਸੀਂ ਜੰਗੀਰ ਸਿੰਘ ਸਾਹਿਬੀ ਸਾਹਿਬ ਨਾਲ ਗੱਲਬਾਤ ਕੀਤੀ ਹੈਗੀ ਹੈ ਕਿ ਇਹਦੇ ਵਿੱਚ ਨਤੀਜਾ ਹੀ ਕੱਢਿਆ ਹੈਗਾ ਕਿ ਜਿਹੜੇ ਸਾਡੇ ਸੀਨੀਅਰ ਹੈਗੇ ਨੇ, ਛੋਟੇ ਜਿਹੜੇ ਨੇ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨ ਔਰ ਵੱਡੇ ਜਿਹੜੇ ਨੇ ਛੋਟਿਆਂ ਤੇ ਸ਼ਫਕਤ ਕਰਨ, ਘਰ ਦਾ ਮਾਹੌਲ ਇੰਝ ਅੱਛਾ ਹੁੰਦਾ ਹੈਗਾ। ਔਰ ਉਹ ਵੇਲੇ ਜਿਹੜੇ ਸਮਾਂ ਹੈਗੇ ਸੀ, ਅਗਰ ਕੋਈ ਵੱਡਾ ਕਹਿ ਵੀ ਦੇਵੇ ਕਿ ਉਹਦੀ ਗੱਲ ਦਾ ਬੁਰਾ ਮਨਾਓ ਕਿਉਂਕਿ ਉਸ ਉਮਰ ਦੇ ਵਿੱਚ ਹਿੱਸੇ 'ਚ ਆ ਗਏ ਹੈਗੇ ਨੇ, ਇਹਦੇ ਵਿੱਚ ਇੱਕ ਦੂਸਰੇ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈਗਾ ਹੈ। ਔਰ ਸਾਨੂੰ ਦੇਖਣਾ ਹੈਗਾ ਕਿ ਜਿਹੜਾ ਆਉਣ ਵਾਲਾ ਵਕਤ ਹੈਗਾ ਉਹ ਡਿਜੀਟਲ ਹੈਗਾ, ਕੰਪਿਊਟਰ ਦਾ ਹੈਗਾ, ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ। ਔਰ ਇਹ ਬਜ਼ੁਰਗ ਸਾਡੇ ਵਾਸਤੇ ਇੱਕ ਦਰਖਤ ਦੀ ਮਾਨੰਦ ਹੈਗੇ ਨੇ, ਦਰਖਤ ਦੀ ਤਰ੍ਹਾਂ ਹੈਗੇ ਨੇ ਔਰ ਇਹ ਸਾਇਆਦਾਰ ਹੁੰਦੇ ਨੇ, ਹਮੇਸ਼ਾ ਇਹ ਠੰਡ ਹੀ ਦਿੰਦੇ ਨੇ, ਛਾਂ ਹੀ ਦਿੰਦੇ ਹੈਗੇ ਨੇ। ਸਾਨੂੰ ਇਹਨਾਂ ਦੀ ਇੱਜ਼ਤ ਕਰਨੀ ਹੈ ਔਰ ਜਿਹੜੇ ਵੀ ਇਸ ਵੇਲੇ ਮਸਾਇਲ ਹੈਗੇ ਨੇ ਹਕੂਮਤੀ ਸਤ੍ਹਾ 'ਤੇ, ਹਕੂਮਤ ਇਹਦੇ 'ਤੇ ਜ਼ੋਰ ਦੇਵੇ, ਇਹਨਾਂ ਦੇ ਜਿਹੜੇ ਮਸਾਇਲ ਸੀਨੀਅਰ ਹੈਗੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈਗਾ। ਔਰ ਸਾਨੂੰ ਇਹਨਾਂ ਸਭ ਨੂੰ ਮਿਲ ਜੁਲ ਕੇ ਯਕਜਹਿਤੀ ਦੇ ਨਾਲ, ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈਗਾ। ਬਹੁਤ ਸ਼ੁਕਰੀਆ। ਅਗਲੇ ਹਫਤੇ ਫਿਰ ਇਸ ਹਾਜ਼ਰ ਹੋਵਾਂਗੇ ਨਵਾਂ ਟੌਪਿਕ ਦੇ ਨਾਲ। ਰੱਬ ਰੱਖਾ। रियल एस्टेट की दुनिया में एक बाएतमाद और काबिले भरोसा नाम, ऑनेस्ट एंड डेडिकेटेड रियल एस्टेट प्रोफेशनल महमूद भुल्लर आपके बजट, फाइनेंशियल सिचुएशन और पसंद की लोकेशन पर परफेक्ट रेजिडेंशियल और कमर्शियल प्रॉपर्टी दिलवाना है इनका काम। गारंटीड सेटिस्फेक्शन का एक ही नाम, महमूद भुल्लर फ्रॉम रॉयली पेड सिग्नेचर रियलिटी ब्रोकरेज। मजीद मालूमात के लिए अभी कॉल में लाएं 4164520505। More shopping? Yes, on my home. Welcome to Pan Am Blinds Limited. My name is Bobby, and I would like to introduce our very newest product. It is only with us with Pan Am Blinds in improved. It's combination of and silver shades, so Venus shades, or Shangri-La shades. So it's a very unique and new product in different color. It's an energy saver. You can save your 85% energy, and also it has child safety features over here. If you see here, if it goes down, it will open itself, and you will see through from this. But ultraviolet rays controlled. No UV light will come in, and you can see out. And people, they can see very slightly. Please come to our store and see how many beautiful colors we do have and enjoy your comfort of life. वक्त के साथ साथ हर चीज की कीमत बढ़ती है, मगर कामयाब है सिर्फ वो लोग जो इसकी घन गरज को समझते हैं। तो मिलिए रियल एस्टेट मार्केट के एक्सपीरियंस्ड रियल एस्टेट प्रोफेशनल वाजिद मलिक से। GTA में रियल एस्टेट मार्केट के हर अंदाज से वाकिफ। आप फर्स्ट टाइम बायर हैं या एग्जिस्टिंग ओनर जो घर खरीदना या बेचना चाहते हैं, कॉन्टैक्ट नाउ वाजिद मलिक at 416-827-3333। Wajid Malik, trusted name in the community. Welcome to the world of flavors, where we treat your taste buds to celebrate and share the happiness, no matter how big or small they are. Welcome to Shireen Mahal, now with 4 locations in the GTA, where you get the best quality traditional Desi sweets, chicken tikka patties, hunter beef, cakes, pastries, carrot halva, halva puri on weekends served with Kashmiri chai, and much more. At Shireen Mahal, serving at 4 locations in GTA, where you get the best quality traditional Desi sweets. आपके रिश्तों का खूबसूरत आईना, जिसमें अपनेपन का एहसास है,
प्यारा सा अटूट विश्वास है जिसकी जगह कोई नहीं ले सकता, जो आपके फसानों को हंसी बनाए, बचपन के ख्वाबों को हकीकत बनाए और आपके सौंदर्य को चार चांद लगाए। अल मदीना ज्वेलर्स, विश्वास अपनेपन का। KK Travel believe in providing everyone the first class customer service. We take care not only for your air ticket but dignity and respect as well. We are available for you anytime on WhatsApp, even while you are in Pakistan or any other destination. KK Travels guarantee lowest prices and are open to price match any airline. We are KK Travels under supervision of Qais Khan at 905-367-9433 or visit www.qaiskhan.travels.com. Stop looking for jobs here and there. Get to the right place at the right time and get on job today with Star Force Inc. Urgent staff needed for general labor, bakery mixer, shippers, receivers, forklift operators, machine operators and many more. Star Force Inc. Call now 416-742-5511. Star Force Inc. The immigration lawyers at Alam Law Chambers have successfully united thousands of families with their loved ones in Canada by being willing to challenge and fight the decisions of government agencies. Reliable and affordable Alam Law. Are you tired of low sales from your business? Are you looking for the best way to increase your sales? Contact us today and let us show your business to thousands of local and global customers. At Z9 TV, we are a fast-growing TV channel in Canada. With a quickly growing audience size, we are helping companies and business grow by advertising to a huge number of customers. If you are looking to increase your brand recognition, promote your professional services, or increase your product sales, we provide you with the right platform to do just that, with a full return on investment in just a short time. Our commercial advertising platform is the right tool for your business. At Z9 TV, your business is never too small to advertise since we have different packages for everyone. Contact us today and get more exposure for your business at low rates. Call us at 647-500-9477.